ਰਾਗ ਗੋਂਡ ਬਾਣੀ ਨਾਮ ਦਿਓ ਜੀਓ ਕੀ। ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਹਰ ਹਰ ਕਰਤ ਮਿਟੇ ਸਭ ਭਰਮਾਂ। ਹਰ ਕੋ ਨਾਮ ਲੈ ਉੱਤਮ ਧਰਮਾਂ। ਹਰ ਹਰ ਕਰਤ ਜਾਤ ਕੁਲ ਹਰੀ। ਸੋ ਹਰ ਅੰਧਲੇ ਕੀ ਲਾਕੁਰੀ। ਹਰੇ ਨਮਸਤੇ ਹਰੇ ਨਮੈ। ਹਰ ਹਰ ਕਰਤ ਨਹੀਂ ਦੁਖ ਜਮੈ ਰਹਾਉ। ਹਰ ਹਰ ਕਰਤ ਮਿਟੇ ਸਭ ਭਰਮਾਂ। ਹਰ ਕੋ ਨਾਮ ਲੈ ਉੱਤਮ ਧਰਮਾਂ। ਹਰ ਹਰ ਕਰਤ ਮਿਟੇ ਸਭ ਭਰਮ। ਲੋਕ ਮਾਲਾ ਲੈ ਕੇ ਹਰ ਦਾ ਜਾਪ ਕਰਦੇ ਸੀ। ਭਰਮ ਪਰ ਕਿਸੇ ਦਾ ਨਹੀਂ ਸੀ ਮਿਟਿਆ। ਇਹਦਾ ਮਤਲਬ ਹੈ ਹਰ ਦਾ ਉਚਾਰਨ ਕਰੀ ਜਾਣਾ ਮਾਲਾ ਲੈ ਕੇ, ਇਹ ਭਗਤੀ ਨਹੀਂ ਹੈ। ਕਹਿਣ ਦਾ ਮਤਲਬ ਇਹ ਹੈ, ਨਾਮਦੇਵ ਜੀ ਕਹਿੰਦੇ ਨੇ ਵੀ ਮੈਂ ਹਰ ਹਰ ਕਰਦਾ ਰਿਹਾ, ਮੇਰਾ ਤਾਂ ਭਰਮ ਦੂਰ ਹੋ ਗਿਆ, ਮੈਨੂੰ ਤਾਂ ਪਤਾ ਲੱਗ ਗਿਆ ਅਸਲੀ ਧਰਮ ਦਾ। ਤੇ ਜਿਹੜੇ ਹੋਰ ਹਰ ਹਰ ਲੋਕ ਕਰਦੇ ਨੇ, ਉਹਨਾਂ ਦਾ ਭਰਮ ਕਿਉਂ ਨਹੀਂ ਮਿਟਿਆ? ਇਹਦਾ ਮਤਲਬ ਹੈ ਹਰ ਹਰ ਕਰਨ ਦੇ ਵਿੱਚ ਫਰਕ ਹੈ। ਜਿਵੇਂ ਕਬੀਰ ਕਹਿੰਦਾ ਰਾਮ ਕਹਿਣ ਮੈਂ ਭੇਦ ਹੈ। ਰਾਮ ਕਹਿੰਦੇ ਨੇ ਲੋਕ ਰਾਮ ਰਾਮ, ਅਸੀਂ ਵੀ ਕਹਿੰਦੇ ਹਾਂ, ਭਗਤ ਵੀ ਕਹਿੰਦੇ ਹਾਂ, ਦੋਹਾਂ ਦੇ 'ਚ ਫਰਕ ਹੈ। ਤਾਂ ਮੈਂ ਇੱਕ ਵਿਚਾਰ, ਜੇ ਵਿਚਾਰੀਏ ਤਾਂ ਫਰਕ ਹੈ ਬਹੁਤ ਵੱਡਾ, ਨਾ ਵਿਚਾਰੀਏ ਤਾਂ ਖਿਆਲ ਨਹੀਂ, ਧਿਆਨ ਨਹੀਂ। ਬਿਨਾਂ ਵਿਚਾਰਨ ਤੇ ਲੋਕਾਂ ਦਾ ਧਿਆਨ ਨਹੀਂ ਸੀ, ਹੁਣ ਵੀ ਨਹੀਂ ਹੈ। ਭਰਮ ਏਕ ਰਾਮ ਸਭੈ ਕਹੈ ਏਕ ਕੌਤਕ ਹਾਰ। ਇੱਕ ਤਾਂ ਰਾਮ ਰਾਮ ਸਾਰੇ ਸੰਸਾਰੇ ਕਹਿੰਦੇ, ਉਹਦੇ ਨਾਲ ਕੋਈ ਛਿਵ ਨਹੀਂ ਬਣਦਾ ਕਿਸੇ ਦਾ ਅਜੇ ਤੱਕ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਰਾਮ ਤੱਕ ਨਹੀਂ ਪਹੁੰਚ ਸਕਿਆ ਕੋਈ। ਇਸ ਤਰੀਕੇ ਨਾਲ ਰਾਮ ਰਾਮ ਕਰੋ ਕਿ ਰਾਮ ਤੱਕ ਪਹੁੰਚ ਜਾਓ ਤੁਸੀਂ। ਇਹ ਰਾਮ ਰਾਮ ਕਰਨਾ ਭਗਤਾਂ ਦਾ। ਜਿਹੜਾ ਰਾਮ ਰਾਮ ਕਰਨਾ, ਜਿਹੜਾ ਤਰੀਕਾ ਰਾਮ ਰਾਮ ਕਰਨ ਦਾ, ਰਾਮ ਤੱਕ ਲੈ ਜਾਵੇ ਤੁਹਾਨੂੰ, ਰਾਮ ਦੇ ਚਰਨਾਂ ਨਾਲ ਜੋੜ ਦੇਵੇ ਤੁਹਾਨੂੰ, ਉਹ ਰਾਮ ਕਹਿਣਾ ਠੀਕ ਹੈ। ਜੇ ਰਾਮ ਨਾਲ ਜੋੜੇ ਨਹੀਂ ਸਕਦਾ, ਉਹ ਫਜ਼ੂਲ ਹੈ, ਉਹਦਾ ਕੋਈ ਫਾਇਦਾ ਨਹੀਂ। ਪਰ ਲੋਕ ਇਹੀ ਅਡੋਪਟ ਕਰੀ ਫਿਰਦੇ ਨੇ। ਕਬੀਰ ਨੇ ਇਹ ਗੱਲ ਕਹੀ ਸੀ, ਇਹਨਾਂ ਨੇ ਰਾਮ ਦੀ ਜਗ੍ਹਾ ਹਰ ਲੈ ਲਿਆ ਲਫ਼ਜ਼। ਗੱਲ ਉਹੀ ਹੈ, ਹਰ ਹਰ ਵੀ ਕਰਦੇ ਸੀ ਨਾ ਲੋਕ। ਰਾਮ ਦੀ ਵੀ ਹੈ। ਰਾਮ ਇੱਕ ਅਵਤਾਰ ਰਾਮ ਹੈ, ਇੱਕ ਕ੍ਰਿਸ਼ਨ ਹੈ। ਕ੍ਰਿਸ਼ਨ ਨਾਲ ਹਰ ਜੁੜਿਆ ਹੋਇਆ, ਇਹ ਵਿਸ਼ਨੂੰ ਨਾਲ ਹਰ ਜੁੜਿਆ ਹੈ। ਵੈਸੇ ਵਿਸ਼ਨੂੰ ਦਾ ਤਾਂ ਅਵਤਾਰ ਰਾਮ ਵੀ ਹੈ, ਕ੍ਰਿਸ਼ਨ ਨਾਲ ਬਾਅਦ ਦੇ 'ਚ ਰਾਮ ਜੁੜਿਆ। ਇਹਨਾਂ ਨੇ ਹਰ ਲਫ਼ਜ਼ ਨੂੰ ਕੰਡੈਮ ਕੀਤਾ, ਹਰ ਸ਼ਬਦ ਦਾ ਰਟਣ ਕੰਡੈਮ ਕੀਤਾ। ਰਟਣ ਵਾਰ ਵਾਰ ਉਚਾਰਨ ਕਰਨਾ। ਹਰ ਹਰ ਕਰਤ ਮਿਟੇ ਸਭ ਭਰਮ। ਮੈਂ ਹਰ ਹਰ ਕਰਦਾ ਰਿਹਾ, ਮੇਰੇ ਤਾਂ ਭਰਮ ਦੂਰ ਹੋ ਗਏ। ਲੋਕਾਂ ਦੇ ਕਿਉਂ ਨਹੀਂ ਹੋ ਰਹੇ? ਮੈਂ ਕਿਵੇਂ ਹਰ ਹਰ ਕਰਦਾ ਸੀ, ਕਰਦਾ, ਇਹ ਮੈਨੂੰ ਪੁੱਛਣ ਲੋਕ ਆ ਕੇ। ਲੋਕਾਂ ਦਾ ਫਰਜ਼ ਬਣਦਾ ਸੀ ਜਿਹੜੇ ਹਰ ਹਰ ਕਰਦੇ ਸੀ, ਭਰਮ ਮਿਟਦੇ ਨਹੀਂ ਸੀ। ਉਹ ਕਹਿੰਦਾ ਡੰਕੇ ਦੀ ਚੋਟ ਨਾਲ ਮੇਰਾ ਭਰਮ ਮਿਟ ਗਿਆ। ਇਹ ਤਾਂ ਉਹਨਾਂ ਨੂੰ ਚਾਹੀਦਾ ਸੀ ਪੁੱਛਣਾ ਵੀ ਤੇਰਾ ਭਰਮ ਕਿਵੇਂ ਮਿਟ ਗਿਆ। ਉਵੇਂ ਹੀ ਅਸੀਂ ਹਰ ਹਰ ਕਰਦੇ ਹਾਂ, ਪਰ ਕਿਸੇ ਨੇ ਨਹੀਂ ਪੁੱਛਿਆ। ਸਗੋਂ ਭਗਤਾਂ ਦਾ ਵਿਰੋਧ ਕੀਤਾ। ਜੋ ਕਰ ਰਹੇ ਸੀ ਹਰ ਹਰ ਉਵੇਂ ਹੀ ਕਰਦੇ ਰਹੇ, ਹੁਣ ਵੀ ਉਵੇਂ ਹੀ ਕਰਦੇ ਨੇ। ਇਗਨੋਰ ਕਰਤੀ ਸਾਰੀ ਗੁਰਬਾਣੀ। ਉਦੋਂ ਮਤ ਸਨਾਤਨੀ ਹੈ, ਸਿੱਖ ਮਤ ਨਹੀਂ ਹੈ। ਉਦੋਂ ਸਨਾਤਨੀ ਮਤ ਵਾਲੇ ਹਰ ਹਰ ਜਾਂ ਰਾਮ ਰਾਮ ਕਰਦੇ ਨੇ। ਇਹ ਗੁਰਮਤ ਵਾਲੇ ਨੇ ਭਗਤ। ਗੁਰ ਕੀ ਮਤ ਤੂੰ ਲੈ ਹੋਏ ਆਣ, ਇਹ ਗੁਰਮਤ ਹੈ, ਪਹਿਲਾਂ ਸਨਾਤਨੀ ਮਤ ਹੈ। ਸਨਾਤਨੀ ਮਤ ਵਾਲਿਆਂ ਨੂੰ ਗੁਰਮਤ ਵਾਲੇ ਉਪਦੇਸ਼ ਕਰ ਰਹੇ ਨੇ ਵੀ ਤੁਹਾਡਾ ਜਿਹੜਾ ਤਰੀਕਾ ਹਰ ਹਰ ਕਰਨਾ ਜਾਂ ਰਾਮ ਰਾਮ ਕਰਨਾ, ਇਹਦਾ ਕੋਈ ਰਿਜ਼ਲਟ ਨਹੀਂ ਆ ਰਿਹਾ।
ਭਰਮ ਨਹੀਂ ਮਿਟ ਰਿਹਾ, ਤੁਹਾਡਾ ਦੂਰ ਹੋ ਰਿਹਾ। ਤੁਹਾਨੂੰ ਸ਼ੰਕਾ ਹੈ ਵੀ ਇਹਦੇ ਨਾਲ ਇਹ ਭਰਮ ਹੈ ਵੀ ਇਹਦੇ ਨਾਲ ਕੁਛ ਮਿਲੂਗਾ, ਮਿਲਣਾ ਕੁਛ ਨਹੀਂ ਹੈ ਤੁਹਾਨੂੰ। ਹਰ ਹਰ ਕਰਤ ਮਿਟੇ ਸਭ ਭਰਮ, ਹਰ ਕੋ ਨਾਮ ਲੈ, ਹਰ ਕੋ ਨਾਮ ਲੈ, ਬਸ ਲੈ ਸ਼ਬਦ ਦੇ ਵਿੱਚ ਸਭ ਕੁਛ ਹੈ। ਹਰ ਕਾ ਨਾਮ ਪ੍ਰਾਪਤ ਕਰਨਾ ਹੈ। ਲੈ ਦਾ ਮਤਲਬ ਪ੍ਰਾਪਤ ਕਰਨਾ, ਉਚਾਰਨ ਕਰਨਾ ਨਹੀਂ। ਲੈ ਸ਼ਬਦ ਦਾ ਅਰਥ ਹੈ ਪ੍ਰਾਪਤ ਕਰਨਾ। ਤੈਂ ਦੇਗ ਲੈ ਲਈ, ਤੈਨੂੰ ਆ ਫਾਰਮ ਲੈ ਲਿਆ ਤਾਂ ਮਿਲ ਗਿਆ। ਲੈ ਸ਼ਬਦ ਦਾ ਮਤਲਬ ਪ੍ਰਾਪਤ ਕਰਨਾ, ਉਚਾਰਨ ਕਰਨਾ ਨਹੀਂ ਹੈ। ਇਹਨਾਂ ਨੇ ਉਚਾਰਨ ਕਰਨ ਨੂੰ ਲੈ ਸ਼ਬਦ ਵਰਤ ਲਿਆ, ਇਹਨੇ ਉਹਦਾ ਨਾਮ ਲਿਆ। ਦੱਸੋ ਕਿੱਥੇ ਲਿਆ ਨਾਮ, ਦਿਖਾ ਕਿੱਥੇ? ਜੋ ਲੈ ਲਿਆ ਦਿਖਾ ਕਿੱਥੇ? ਲੈ ਸ਼ਬਦ ਦੇ ਅਰਥ ਬਦਲਤੇ। ਲੈ ਦਾ ਹੁੰਦਾ ਲੈਣਾ, ਪ੍ਰਾਪਤ ਕਰਨਾ। ਪ੍ਰਾਪਤ ਤਾਂ ਕੁਛ ਹੋ ਨਹੀਂ ਰਿਹਾ। ਰਾਮ ਰਾਮ ਤੁਸੀਂ ਕਹਿੰਦੇ ਰਾਮ ਦਾ ਨਾਮ ਲੈ ਰਿਹਾ, ਜੇ ਲੈ ਆ ਤਾਂ ਦਿਖਾ ਕਿੱਥੇ ਹੈ ਤੇਰੇ ਕੋਲ? ਲਿਆ ਹੋਇਆ ਚੀਜ਼ ਦਿਖਾਉਣੀ ਪਊਗੀ। ਗਿਆਨ ਲਿਆ ਹੋਇਆ ਦਿਖਾਇਆ ਜਾ ਸਕਦਾ, ਹੋਰ ਕੁਛ ਨਹੀਂ ਦਿਖਾਇਆ ਜਾ ਸਕਦਾ। ਜੇ ਨਾਮ ਦਾ ਅਰਥ ਆਪਾਂ ਗਿਆਨ ਕਹਿ ਦਈਏ, ਗਿਆਨ ਮੰਨ ਲਈਏ, ਨਾਮ ਦਾ ਅਰਥ ਗਿਆਨ ਮੰਨ ਲਈਏ, ਗੁਰਬਾਣੀ ਕਹਿੰਦੀ ਹੈ ਗੁਰ ਗਿਆਨ ਪਦਾਰਥ ਨਾਮ ਹੈ। ਗੁਰਮਤਿ ਵਿੱਚ ਗਿਆਨ ਪਦਾਰਥ ਨੂੰ ਇਹ ਨਾਮ ਕਹਿੰਦੇ ਹਾਂ ਅਸੀਂ। ਜੋ ਗੁਰਮਤਿ ਦਾ ਗਿਆਨ ਹੈ ਇਹੀ ਨਾਮ ਹੈ। ਇਹਨੂੰ ਲੈ ਲਓ, ਇਹਨੂੰ ਸਮਝ ਲਓ, ਫਿਰ ਭਰਮ ਮਿਟੂਗਾ। ਇਹ ਤਾਂ ਹੋਈ ਨਾ ਕੋਈ ਗੱਲ, ਗਿਆਨ ਨਾਲ ਭਰਮ ਮਿਟਦਾ। ਇਹ ਦਵਾਈ ਕਿਉਂ ਅਸਰ ਕਰਦੀ ਹੈ, ਉਹ ਡਾਕਟਰਾਂ ਨੂੰ ਗਿਆਨ ਹੈ। ਸਾਨੂੰ ਤਾਂ ਇਹ ਪਤਾ ਦਵਾਈ ਦੇ ਦਿੱਤੀ, ਉਹ ਅਸਰ ਕਰ ਗਈ। ਕਿਉਂ ਕਰਦੀ ਹੈ ਇਹ ਤਾਂ ਡਾਕਟਰਾਂ ਨੂੰ ਪਤਾ, ਉਹਨਾਂ ਨੂੰ ਪਤਾ। ਹਰ ਇਹ ਡਾਕਟਰ ਹੈ ਜਿਹੜਾ ਬੋਲ ਰਿਹਾ, ਇਹ ਤਾਂ ਡਾਕਟਰ ਹੈ, ਇਹ ਤਾਂ ਵੈਦ ਹੈ। ਉਹ ਕਹਿੰਦਾ ਹਰ ਕੋ ਨਾਮ ਲੈ, ਉੱਤਮ ਧਰਮ। ਇਹ ਉੱਤਮ ਧਰਮ ਹੈ। ਜਿਹੜਾ ਧਰਮ ਪਹਿਲਾ ਹੈ ਨਾ, ਹਰ ਹਰ ਕਰਨਾ, ਉੱਤਮ ਧਰਮ ਨਹੀਂ ਹੈ। ਉੱਤਮ ਦੀ ਉਲਟਾ ਕੀ ਹੁੰਦਾ? ਨੀਚ। ਉੱਤਮ ਨੀਚ ਹੁੰਦਾ ਨਾ। ਹੁਕਮ ਹੈ ਉੱਤਮ, ਨੀਚ। ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ਼। ਉੱਤਮ ਦਾ ਉਲਟਾ ਨੀਚ ਹੈ। ਇਸ ਕਰਕੇ ਸਨਾਤ ਜਿਹੜਾ ਲਫ਼ਜ਼ ਹੈ, ਜਿੱਥੋਂ ਸਨਾਤਨ ਬਣਿਆ, ਉਹਦਾ ਅਰਥ ਵੀ ਨੀਚ ਹੈ। ਨੀਵੀਂ ਪੱਧਰ ਦਾ ਗਿਆਨ, ਨੀਵੀਂ ਪੱਧਰ ਦਾ ਧਰਮ, ਜਿੱਥੋਂ ਪ੍ਰਾਪਤੀ ਨਹੀਂ ਕੁਛ ਹੁੰਦੀ। ਨੀਵੀਂ ਪੱਧਰ ਦਾ ਕੀ ਹੈ? ਹੋਰ ਤਾਂ ਕਰਦਾ, ਪੂਜਾ ਪਾਠ ਵੀ ਕਰਦਾ, ਦਾਨ ਪੁੰਨ ਵੀ ਕਰਦਾ, ਪਰ ਆਪਣੇ ਵਾਸਤੇ ਕੁਝ ਨਹੀਂ ਪ੍ਰਾਪਤੀ ਹੁੰਦੀ। ਜੋ ਟਾਰਗੇਟ ਹੈ ਉਹਦੀ ਮੁਕਤੀ ਨਹੀਂ, ਮੁਕਤੀ ਤੱਕ ਨਹੀਂ ਪਹੁੰਚ ਰਿਹਾ। ਹਰ ਕੋ ਨਾਮ ਲੈ ਉੱਤਮ ਧਰਮ, ਇਹ ਉੱਤਮ ਧਰਮ ਹੈ। ਜਿਹੜਾ ਸਨਾਤ ਲਫ਼ਜ਼ ਹੈ ਇੱਥੇ ਉਲਟਾ ਹੈ, ਤੇ ਉੱਤਮ ਤੇ ਸਨਾਤਨ। ਖਸਮ ਬਸਾਰੇ ਤੇ ਕਮਜਾਤ, ਨਾਨਕ ਨਾਵੈ ਬਾਝ ਸਨਾਤ। ਜਿੱਥੇ ਨਾਮ ਨਹੀਂ ਹੈ, ਗਿਆਨ ਨਹੀਂ ਹੈ, ਉਹ ਸਨਾਤ ਹੈ, ਨੀਚ ਧਰਮ। ਕਿਸੇ ਨੀਚ ਆਦਮੀ ਦਾ, ਜਿਹੜਾ ਨਹੀਂ ਚਾਹੁੰਦਾ ਕਿ ਦੁਨੀਆ ਦਾ ਛੁਟਕਾਰਾ ਹੋ ਜਾਵੇ, ਉਹਦਾ ਪ੍ਰਚਾਰਿਆ ਹੋਇਆ ਧਰਮ। ਨੀਵੀਂ ਬੁੱਧੀ ਵਾਲੇ ਦਾ ਪ੍ਰਚਾਰਿਆ ਹੋਇਆ ਧਰਮ, ਅਣਜਾਣ ਦਾ ਪ੍ਰਚਾਰਿਆ ਹੋਇਆ ਧਰਮ। ਹਰ ਕੋ ਨਾਮ ਲੈ ਉੱਤਮ ਧਰਮ। ਹਰ ਕਾ ਨਾਮ ਪ੍ਰਾਪਤ ਕਰ ਲੈ। ਹਰ ਕਾ ਗਿਆਨ, ਹਰ ਕੀ ਹੈ, ਹਰ ਕੀ ਹੈ ਇਹਦੀ ਜਾਣਕਾਰੀ ਜਿਹਨੇ ਪ੍ਰਾਪਤ ਕਰ ਲਈ, ਇਹ ਉੱਤਮ ਧਰਮ ਹੈ। ਹਰ ਬਾਰੇ ਜਾਣਕਾਰੀ ਲੈਣੀ ਹੈ ਆਪਾਂ ਨੇ। ਹਰ ਕੀ ਹੈ, ਕਿੱਥੇ ਰਹਿੰਦਾ ਹੈ। ਜਿਨ੍ਹਾਂ ਨੇ ਜਾਣਕਾਰੀ ਲਈ ਹੈ ਨਾ, ਉਹ ਤੋਂ ਬਾਅਦ ਨਾਮਦੇਵ ਤੋਂ ਉਹਨਾਂ ਨੇ ਕਿਹਾ ਘੱਟ ਘੱਟ ਮੈਂ ਹਰਜੂ ਬਸੈ। ਨੌਵੇਂ ਪਾਤਸ਼ਾਹ ਨੇ ਕਿਹਾ ਫਿਰ ਸਾਰਿਆਂ ਦੇ ਹਿਰਦੇ ਵਿੱਚ ਹਰ ਬਸਦਾ। ਲੱਭ ਲਓ, ਐਡਰੈਸ ਦੱਸਦਾ। ਘੱਟ ਘੱਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ।
ਇਹ ਨੇ ਸੰਤ ਜਿਨ੍ਹਾਂ ਨੇ ਇਹ ਕਿਹਾ ਘਟ ਘਟ ਚ ਵਸਦਾ, ਬਾਕੀ ਸਾਰੇ ਸੰਤ ਨੇ, ਬਾਕੀ ਬਨਾਰਸ ਕੇ ਠੱਗ ਨੇ, ਇਹ ਸੰਤ ਨੇ ਜਿਨ੍ਹਾਂ ਨੇ ਪੁਕਾਰ ਕੇ ਕਿਹਾ ਘਟ ਘਟ ਮੈਂ ਹਰਜੂ ਵਸਿਆ, ਉਹ ਤਾਂ ਨੇ ਸੰਤ। ਜਿਹੜੇ ਕਹਿੰਦੇ ਨੇ ਮੂਰਤੀ 'ਚ ਵਸਦਾ, ਉਹ ਨੇ ਅਸੰਤ, ਉਹ ਨੇ ਬਨਾਰਸ ਕੇ ਠੱਗ। ਤੇ ਠੱਗਾਂ ਦਾ ਹੀ ਬਣਾਇਆ ਹੋਇਆ ਉੱਥੇ ਮੂਰਤੀਆਂ, ਬਨਾਰਸ ਸੈਂਟਰ ਹੈ ਉਹਨਾਂ ਦਾ। ਇੱਥੋਂ ਦੋ ਲਾਈਨਾਂ ਅਲੱਗ ਅਲੱਗ ਹੋ ਗਈਆਂ। ਗੁਰਮਤ ਵਾਲੀ ਲਾਈਨ ਭਗਤਾਂ ਦੀ ਹੈ, ਸਨਾਤਨ ਮਤ ਉਹਨਾਂ ਦੀ ਹੈ ਜਿਨ੍ਹਾਂ ਨੇ ਅੱਗੇ ਆਊਗਾ, ਪੂਤਨਾ ਆਊਗੀ ਅੱਗੇ। ਪੂਤਨਾ ਕੌਣ ਹੈ? ਪੂਤਨਾ ਵੀ ਆਊਗੀ। ਇਹ ਪੂਤਨਾ ਜਿਹੜੀ ਚਾਹੁੰਦੀ ਸੀ ਕ੍ਰਿਸ਼ਨ ਨੂੰ ਮਾਰਦਾ, ਜੰਮਦੇ ਨੂੰ, ਛੋਟੇ ਜਿਹੇ ਨੂੰ ਜ਼ਹਿਰ ਦੇ ਕੇ। ਉਹ ਜ਼ਹਿਰ ਕਿਹੜੀ ਸੀ? ਉਹ ਸਰੀਰ ਵਾਲੀ ਜ਼ਹਿਰ ਕਾਹਨੂੰ ਸੀ? ਉਹ ਤਾਂ ਦੁਰਮਤ ਦੀ ਜ਼ਹਿਰ ਹੈ। ਦੁਰਮਤ ਮਤ ਜੇ ਪੀਬਤੇ ਬਿਖਲੀ ਪਤ ਕਮਲੀ, ਉਹ ਕਾਹਨੂੰ ਹੈ? ਉਹ ਤਾਂ ਕਹਾਣੀ ਬਣਾਈ ਹੋਈ ਹੈ। ਜੇ ਮਾਂ ਬੱਚੇ ਨੂੰ ਚਾਹੁੰਦੀ ਹੈ ਜ਼ਹਿਰ ਦੇਣੀ, ਵੀ ਮੈਂ ਜ਼ਹਿਰ ਦੇ ਕੇ ਮਾਰਦਾ, ਕੋਈ ਨਹੀਂ ਬਚਾ ਸਕਦਾ। ਕਬੀਰ ਕਹਿੰਦਾ ਜੇ ਮਾਂ ਚਾਹੁੰਦੀ ਹੈ ਮੈਂ ਬੱਚਾ ਜ਼ਹਿਰ ਦੇ ਕੇ ਮਾਰ ਦੇਣਾ, ਤੁਹਾਨੂੰ ਬਚਾਊਗਾ ਕੌਣ? ਜੇ ਉਹਦੀ ਮੱਤੇ ਚਾਹੁੰਦੀ ਹੈ ਮੈਂ ਡੁਬੋ ਕੇ ਮਾਰ ਦੇਣਾ ਇਹਨੂੰ, ਜਿਹੜੀ ਮੱਤ ਦੇ ਅਸੀਂ ਧਾਰਨੀ ਆ, ਜੇ ਉਹ ਮੱਤੇ ਚਾਹੁੰਦੀ ਹੈ ਮੁਕਤੀ ਲੈਣ ਨਹੀਂ ਦੇਣੀ, ਮੁਕਤੀ ਵੱਲ ਜਾਣ ਨਹੀਂ ਦੇਣਾ, ਡੁਬੋ ਦੇਣਾ, ਰਾਹ ਭਵ ਸਾਗਰ ਡੁਬੋ ਕੇ ਮਾਰ ਦੇਣਾ, ਤਾਂ ਫਿਰ ਉਹਨੂੰ ਬਚਾ ਨਹੀਂ ਕੋਈ ਸਕਦਾ। ਅੱਜ ਜਿਹੜੀ ਸਾਡੇ ਕੋਲ ਮੱਤ ਹੈ ਉਹ ਵੀ ਇਹੀ ਕੰਮ ਕਰ ਰਹੀ ਹੈ, ਡੁਬੋ ਕੇ ਮਾਰਨ ਵਾਲੀ। ਜੇ ਮਹਿਤਾਰੀ ਚਾਹੁੰਦੀ ਹੈ, ਮਾਤਾ ਚਾਹੁੰਦੀ ਹੈ, ਵਿਸ ਦੇ ਮਹਿਤਾਰੀ ਕਹਿੰਦਾ ਜੇ ਜ਼ਹਿਰ ਮਹਿਤਾਰੀਓ ਦਵੇ ਤਾਂ ਉਹਨੂੰ ਬਚਾਵੇ ਕੌਣ? ਕੌਣ ਬਚਾਵੇ ਉਹਨਾਂ ਸਿੱਖਾਂ ਨੂੰ ਜਿਹੜੇ ਨਾਮ ਨੂੰ ਛੱਡ ਕੇ ਬੇਰੀ ਨੂੰ ਦੁੱਖ ਭੰਜਣੀ ਮੰਨ ਗਏ, ਡੁੱਬ ਗਏ ਸਾਰੇ, ਮਰ ਗਏ। ਉਹ ਜਿਹੜੇ ਪ੍ਰਚਾਰ ਕਰਦੇ ਨੇ ਉਹ ਕੌਣ ਨੇ? ਉਹ ਹੀ ਨੇ ਸਨਾਤਨ ਨੀਚ। ਨਾਮ ਤੇ ਬਿਨਾਂ ਨਾਨਕ ਨਾਵੇ ਬਾਝ ਸਨਾਤ। ਉਹਨਾਂ ਨੇ ਮੂਰਤੀਆਂ, ਉਹ ਮੂਰਤੀਆਂ ਵਾਲਾ ਅਸਲ ਵਿੱਚ ਚੱਲਦਾ ਹੈ। ਜਦੀਆਂ ਮੂਰਤੀਆਂ ਆਈਆਂ ਸੀ ਨਾ, ਪ੍ਰਚਾਰ ਉਹੀ ਚੱਲਦਾ। ਮੂਰਤੀਆਂ ਜ਼ਰੂਰ ਚੱਕਦੀਆਂ, ਪ੍ਰਚਾਰ ਉਹੀ ਹੈ। ਪ੍ਰਚਾਰ ਸਨਾਤਨੀ ਹੋ ਚੱਲਦਾ ਹੈ। ਮੂਰਤੀਆਂ ਚੱਕੀਆਂ ਸੀ, ਬਾਅਦ 'ਚ ਸੁਲ੍ਹਾ ਕਰ ਲਈ ਸੀ ਇਹਨਾਂ ਨੇ ਵੀ ਪ੍ਰਚਾਰ ਇਹੀ ਰੱਖਾਂਗੇ। ਹੁਣ ਮੂਰਤੀਆਂ ਚੱਕੀਆਂ ਗਈਆਂ, ਜਾਣ ਦਿਓ ਚੱਕੀਆਂ ਗਈਆਂ, ਰਹਿਣ ਦਿਓ। ਤੇ ਬੇਰੀ ਤਾਂ ਖੜੀ ਹੈ ਇਕੱਲੀ, ਉਹ ਮੂਰਤੀ ਬਥੇਰੀ ਹੈ ਬੇਰੀ। ਹਾਂਜੀ। ਹਰ ਹਰ ਕਰਤ ਜਾਤ ਕੁਲ ਹਰੀ। ਹਰ ਹਰ ਕਰਤ ਜਾਤ ਕੁਲ ਹਰੀ। ਜਿਹੜਾ ਹਰ ਹਰ, ਮੈਂ ਹਰ ਹਰ ਕਰਦਾ ਰਿਹਾ, ਮੇਰਾ ਸਰੀਰ ਔਰ ਮੇਰੀ ਜਾਤ ਦੋਨੋਂ ਨਹੀਂ ਰਹੇ। ਨਾ ਮੇਰੀ ਜਾਤ ਹੈ, ਜਾਂ ਸਰੀਰ ਹੈ, ਨਹੀਂ ਤਾਂ ਜਾਤ ਤਾਂ ਉਹਦੇ ਨਾਲ ਹੈ। ਤੇ ਜਿਹੜੀ ਮੇਰੀ ਪਿੱਛੇ ਜਾਣਕਾਰੀ ਸੀ, ਜਾਤ ਦਾ ਮਤਲਬ ਜਾਣਕਾਰੀ ਵੀ ਹੁੰਦੀ ਹੈ। ਜਿਹੜਾ ਮੇਰਾ ਪਿਛਲਾ ਗਿਆਨ ਸੀ ਨਾ, ਕੂੜ ਗਿਆਨ, ਸਨਾਤਨੀ ਮਤ ਵਾਲਾ, ਉਹ ਗਿਆ, ਹਰਿਆ ਗਿਆ। ਉਹ ਕੁਲ ਵੀ ਹਰੀ ਗਈ। ਕੁਲ ਮੈਂ ਸਮਝਦਾ ਸੀ ਆਪਣਾ ਖਾਨਦਾਨੀ ਕੁਲ, ਮੈਂ ਛਿਪਾਂ, ਮੇਰਾ ਬਾਪ ਦਾਦਾ ਕੌਣ ਹੈ, ਮੇਰੀ ਕੁਲ ਕੌਣ ਹੈ, ਦੋ ਹੀ ਨਹੀਂ ਰਹੇ। ਹੁਣ ਇੱਕ ਪਿਤਾ ਇੱਕ ਸਿੱਖਿਆ ਮੁਬਾਰਕ ਬਣ ਗਏ। ਸਮਝ ਆ ਗਈ ਇਸ ਗੱਲ ਦੀ। ਸਰੀਰ ਨਾਲ ਕੁਲ ਜਾਤ ਹੁੰਦੀ ਨਹੀਂ ਹੈ। ਆਤਮਾ ਦਾ ਸੰਬੰਧ ਹੋਰ ਹੈ ਸਰੀਰ ਨਾਲ। ਸਰੀਰ ਦੀ ਹੋਊ ਕੁਲ, ਮੇਰੀ ਤਾਂ ਹੈ ਨਹੀਂ। ਮਾਸ ਤੋਂ ਮਾਸ ਪੈਦਾ ਹੋਇਆ ਹੋਊ, ਮੈਂ ਤਾਂ ਮਾਸ ਤੋਂ ਪੈਦਾ ਹੋਇਆ ਨਹੀਂ। ਜੀਵ ਤਾਂ ਮਾਸ ਤੋਂ ਪੈਦਾ ਹੋਇਆ ਨਹੀਂ, ਜੀਵ ਦਾ ਸਰੀਰ ਹੋਇਆ ਹੋਊਗਾ। ਉਹਨੇ ਸਰੀਰ ਤੇ ਕੀ ਲੈਣਾ? ਉਹਨੇ ਕੀ ਲੈਣਾ? ਪੈਟਰੋਲ ਕਿਹੜੇ ਪੰਪ ਤੋਂ ਪਾਇਆ? ਉਹ ਪੈਟਰੋਲ ਤੋਂ ਕੰਮ ਲੈਣਾ ਕਿ ਪੰਪ ਦੇਖਣਾ ਉਹਨੇ ਕਿਹੜੇ ਪੰਪ ਤੋਂ ਪਾਇਆ? ਪੰਪ ਤੋਂ ਤਾਂ ਇਹੀ ਦੇਖਣਾ ਵੀ ਪੰਪ ਵਾਲੇ ਇਮਾਨਦਾਰ ਵੀ ਨੇ, ਪਾਣੀ ਤਾਂ ਨਹੀਂ ਪਾਉਂਦੇ, ਜਾਂ ਘੱਟ ਤੇਲ ਤਾਂ ਨਹੀਂ ਪਾਉਂਦੇ। ਪੰਪ ਵਾਲਿਆਂ ਦਾ ਇੰਨੀ ਸ਼ੰਕਾ ਰੱਖੋ ਬਸ ਵੀ ਚੀਜ਼ ਸਹੀ ਦਿੰਦੇ ਨੇ। ਜੇ ਚੀਜ਼ ਸਹੀ ਹੈ ਫਿਰ ਤਾਂ ਉਹ ਤਾਂ ਸਹੀ ਕੰਮ ਕਰਨੀ ਚਾਹੀਦੀ ਹੈ।
ਜੇ ਮਤ ਸਹੀ ਹੈ ਸਹੀ ਕੰਮ ਕਰੇ, ਜੇ ਦਵਾਈ ਸਹੀ ਹੈ ਤਾਂ ਸਹੀ ਕੰਮ ਕਰੇ। ਇਹ ਤਾਂ ਧਿਆਨ ਰੱਖਣਾ ਪਊਗਾ। ਹਾਂਜੀ, ਜਾਤ ਕੁਲ ਹਰੀ, ਕੀ ਜਾਤ ਕੁਲ ਹਰੀ ਗਈ ਤੁਹਾਡੀ? ਇਹਨਾਂ ਨੇ ਤਾਂ ਚਾਰੇ ਵਰਣ ਮੰਨੇ ਬੈਠੇ ਨੇ, ਜਾਤ ਕੁਲ ਤਾਂ ਕਿਸੇ ਦੀ ਹਰੀ ਹੋ ਨਹੀਂ ਗਈ। ਜਿਨ੍ਹਾਂ ਨੇ ਚਾਰ ਵਰਣ ਬਣਾਏ ਸੀ, ਕਿਉਂ ਬਣਾਏ ਸੀ? ਵੇਦ ਛੱਡਤਾ ਸੀ। ਜਾਤ ਕੁਲ ਪੈਦਾ ਤਾਂ ਹੋਈ ਸੀ, ਆ ਮਤ ਵੇਦ ਮਤ ਛੱਡਤੀ ਸੀ ਤਿਆਗੀ ਤੇ ਬਾਅਦ। जब वेद की पुत्री सिमरती बना ली ना, वेद चों कढ़ के सिमरती शास्त्र बना ले, जात कुल ज़्यादा आई है। वेद पहला जात कुल नहीं हुंदी सी। जिन्हां ने वो धर्म वेद वाला खोज लिया, पढ़ लिया, उन्हां दी जात कुल हरी गई है। बाकियां दी जात कुल बदस्तूर हुण भी हैगी है। सनातन धर्म है, उन्होंने सनातन बत्ते उन्होंने कहते हैं, जिहड़ी चार वर्ण पैदा कर रही है, जात कुल नूं एस्टैबलिश कर रही है, वो सनातन मत है। हुण भी हैगी है, सनातन मत मौजूद है। सनातन मत मौजूद है। गलती इन्हां ने की सनातन वालियां ने, इन्हां ने यह कहता है मत पुरानी है, चलती रही हुण तक पुरानी यही मत साबित कर लें तो यही मत पहला तो लेके ही है। कहने का मतलब उन्होंने ये सी, लेकिन गुरमत ने पुराना शब्द कटता, ये कह के कटता कि सच पुराना होवे ना ही सीता कदे ना पट है। जे मत सच्ची हुंदी तो पुरानी नहीं है, जिहड़ी पुरानी है सच्ची नहीं हो सकती। बस इत्थों मर गए। फिर रखता बैठे नो सनातन का अर्थता दे बैठे पुराना। ये नहीं सी पता पुराने च खामी की है, बुद्धि थोड़ी सी ना। जब उन्होंने कहा सच पुराना होवे नहीं, सच तो पुराना हुंदा ही नहीं। जे मत सच्ची है पुरानी हो नहीं सकती। आदमत कहंदे इहनूं तुसीं। जे पुराना लफ्ज़ सी, उहदी जगह गुरमत ने एक जगह लफ्ज़ वरतिया चिराणा, चच्चे नाल चिरंकाल एह दे संजरिया। चिरंकाल लफ्ज़ वरत्या, पुराना नहीं वरत्या। वो मत मारी थी, पुराना लफ्ज़ वरत गए, उत्थों ही मर गए। बुद्धि थोड़ी सी ना। जदों आदमी बुद्धि थोड़ी होंदी है, वो थोड़ी बुद्धि वाला उहो जिही गल करदा। उन्हां कोल बुद्धि है कित्थे? हुण भी वकालत करते हैं कुछ लोग इहदी सनातन दी, वो बुद्धिहीन ने, वो भी बुद्धिमती नहीं है उन्हां कोल, जिहड़ी गल कहंदे ने फस जांदे ने। हुण स्टैंड लै रहे ने जे इहदा सनातन मत इस वक्त हैगी है। जिहड़ी चीज़ मौजूद है तुहाडे कोल इस वक्त, सनातनी की करते हैं? गुरबाणी कबीर उहदे खिलाफ है, तो कबीर उल्ट के सनातन किवें होया? सनातन तो खिलाफ है कबीर अज भी। सनातनी मत होर है, कबीर दी मत होर है। तो तुसी तो इसका मतलब है बिल्कुल डफर आदमी हो, बुद्धिहीन हो, जिहड़े स्टैंड लै रहे हैं। तो बुद्धि है नहीं भाई। मौजूद है साढ़े को सनातन मत, कबीर वाली भी मौजूद है। दोनों मिला के देखो। सनातन मत वाले माला फेरते ने, सनातनी ने। सनातन सनातनी ये सारे एको जगह डिक्शनरी च आए हुए ना साढ़े को लफ्ज़। साफ सुथरी डिक्शनरी च देख लो। इत्थों की बजाय होर कितों क्यों देखते हैं? नवा स्टैंड लिया, इसका मतलब उन्होंने वकील बन के आए ने। उन्होंने वकील बन के आए ने बचाउण वास्ते। वकील वास्ते बुद्धि चाहिए। गाहां वाले बहुत तेज बुद्धि वाले ने, गाहां खड़े ने जिहड़े, उन्होंने को पूर्ण बुद्ध। थोड़े को कुछ भी नहीं, थोड़ा बुद्ध है वो नहीं, थोड़े को बुद्ध है वो नहीं। जे हुंदी तो गलत स्टैंड आदमी जिहड़ा स्टैंड लैंदा पहलां देख लैंदा भी दूआ की कहू। अपोजिशन वाला बेइज्जती करा के घर नूं जाना तो ना जावे उत्थे। जिहड़ी लड़ाई चों बेइज्जती करा के आउणा, घर नूं जाईदा नहीं हुंदा। लड़ाई च जावे ही ना, बेइज्जती करा। वो पड़दा तो बनया होया है भी ये जाते खनी जित के ही आउंदे, जां हार के आउंदा पड़दा भी चक्या गया। ये है बुद्धिहीन और बुद्धवाना का काम।
ਬੁੱਧਵਾਨ ਹੋਣਾ ਚ ਲੜਾਈ 'ਚ ਨਹੀਂ ਜਾਂਦੇ ਜਿੰਨਾ ਚਿਰ ਉਹਨਾਂ ਨੂੰ ਸ਼ੰਕਾ ਹੋਵੇ, ਜਾਂ ਜਾਂਦੇ ਨੇ ਫਿਰ ਉਹਨਾਂ ਮੂਹਰੇ ਕੋਈ ਖੜਦਾ ਨਹੀਂ ਹੁੰਦਾ। ਹਾਂਜੀ। ਸੋ ਹਾਰੀ ਅੰਤਲੇ ਕੀ ਲਾਕੜੀ, ਸੋ ਹਰ ਅੰਦਲੇ ਕੀ ਲਾਕੜੀ, ਸੋ ਹਰ ਅੰਦਲੇ ਕੀ, ਅੰਨੇ ਦੀ ਲੱਕੜੀ ਹੈ ਉਹ, ਜਿਵੇਂ ਹੱਥ 'ਚ ਅੰਨੇ ਦੇ ਸੋਟੀ ਹੁੰਦੀ ਹੈ। ਹੁਣ ਅੰਧੇ ਦੀ ਲੱਕੜੀ ਤਾਂ ਹੈ, ਬੋਲਾ ਨਾਲ ਨਹੀਂ ਆਇਆ ਲਫ਼ਜ਼। ਅੰਧੇ ਨਾਲ ਬੋਲਾ ਕਦ ਨਹੀਂ ਆਇਆ? ਕੱਲ ਪਰਸੋਂ ਕਿਹਾ ਸੀ ਨਾ ਮੈਂ ਵੀ ਅੰਨਾ ਹੀ ਹੈ, ਮੂਲ ਰੂਪ 'ਚ ਬੋਲਾ ਨਹੀਂ ਹੈ। ਬੋਲਾ ਦਾ ਜਦ ਹੁੰਦਾ ਹੈ ਜਦ ਸਨਾਤਨੀ ਮਤ ਵਾਲਾ ਗਿਆਨ ਸੁਣਨਾ ਤਾਂ ਉਹਦੇ ਨਾਲ ਬੋਲਾ ਵੀ ਹੋ ਜਾਂਦਾ। ਫਿਰ ਜਦ ਸਨਾਤਨੀ ਮਤ ਵਾਲਾ ਗਿਆਨ ਸੁਣ ਲੈਂਦਾ ਫਿਰ ਬੋਲਾ ਵੀ ਹੋ ਜਾਂਦਾ। ਫਿਰ ਉਹਨੂੰ ਕੁਝ ਵੀ ਨਹੀਂ ਸੁਣਦਾ, ਫਿਰ ਉਹਨੂੰ ਬਾਕੀ ਸੁਣਦਾ ਹੀ ਨਹੀਂ। ਉਹ ਇੰਨਾ ਕੁਝ ਪਾਇਆ ਸੁਣਦਾ ਹੀ ਨਹੀਂ ਹੈਗਾ। ਬੋਲਾ ਅੰਨਾ ਤਾਂ ਹੁੰਦਾ ਹੀ ਹੈ ਆਲਰੇਡੀ, ਬੋਲਾ ਹੋਰ ਹੋ ਜਾਂਦਾ ਸਨਾਤਨ ਮਤ ਜੋ ਸੁਣ ਲਈ। ਗੁਰਮਤ ਤੋਂ ਹਟਵੀਂ ਮਤ ਕੋਈ ਵੀ ਹੋਵੇ ਬੋਲਾ ਕਰਦੀ ਹੈ, ਸਭ ਨੂੰ ਇਹ ਬੋਲਾ ਕਰਦੀ ਹੈ। ਕੰਨਾਂ ਨੂੰ ਸੂਤਕ ਲਾ ਦਿੰਦੀ ਹੈ। ਬੋਲਾ ਕੀ ਹੈ? ਕੰਨੀ ਸੂਤਕ ਕੀ ਹੈ? ਕੰਨ ਪੈ, ਜੇ ਕੰਨ 'ਚ ਗੱਲ ਕੋਈ ਪੈ ਜਾਵੇ, ਪੈ ਵੀ ਜਾਵੇ, ਉਹਦੇ ਖਿਲਾਫ ਜਿਹੜੀ ਉਹ ਮਤ ਬਣਦਾ। ਕੰਨੀ ਸੂਤਕ ਕੰਨ ਪੈ, ਲਾਤ ਬਾਰੀ ਖਾਏ, ਉਹ 'ਤੇ ਭਰੋਸਾ ਨਹੀਂ ਕਰਦਾ। 100 ਗੱਲ ਸੁਣ ਲਵੇ ਉਹਦੇ ਖਿਲਾਫ, ਉਹਦੇ ਇਤਬਾਰ ਨਹੀਂ। ਉਹਦੇ ਇਤਬਾਰ ਆ ਵੀ ਇੰਟਰਨੈਟ 'ਤੇ ਆ ਲਿਖਿਆ ਹੋਇਆ ਦੂਏ ਦਾ, ਉਹਦੇ ਇਤਬਾਰ ਹੈ। ਸੂਤਕ ਹੈ ਨਾ, ਸੂਤਕ ਤਾਂ ਉਤਰਦਾ ਤਾਂ, ਨਾਨਕ ਸੂਤਕ ਏਵ ਨਾ ਉਤਰੇ, ਗਿਆਨ ਉਤਾਰੇ ਧੋਏ। ਹੁਣ ਸੂਤਕ ਉਤਰੇ ਕਿਵੇਂ? ਗਿਆਨ ਤਾਂ ਕੰਨ 'ਚ ਵੜਨੇ ਨਹੀਂ ਦਿੰਦਾ। ਉਹ ਉਤਰੇ ਕਿਵੇਂ? ਦਵਾਈ ਤਾਂ ਪਾਉਂਦਾ ਹੀ ਨਹੀਂ, ਕੰਨ ਤਾਂ ਸਾਫ਼ ਕਰਦਾ ਹੀ ਨਹੀਂ, ਉਹਦਾ ਸੂਤਕ ਉਤਰਨਾ ਹੀ ਨਹੀਂ। ਇੱਕ ਹੁੰਦਾ ਵੱਟਾ, ਜਿਹੜਾ ਵੱਟਾ ਹੈ ਨਾ, ਜਿਹਨੂੰ ਟੰਕ ਕਿਹਾ ਹੈ ਗੁਰਬਾਣੀ 'ਚ, ਉਹ ਸਟੈਂਡਰਡ ਦਾ ਹੁੰਦਾ। ਜੇ ਅੱਧਾ ਕਿਲੋ ਦਾ ਵੱਟਾ ਮੋਹਰ ਲੱਗੀ, ਅੱਧਾ ਕਿਲੋ ਦਾ ਹੀ ਹੈ। ਪਾਈਏ ਦਾ ਪਾਈਏ ਦਾ, 100 ਗ੍ਰਾਮ ਦਾ 100 ਗ੍ਰਾਮ ਦਾ, 20 ਕਿਲੋ ਹੈ, ਕੁਇੰਟਲ ਹੈ, ਰਜਿਸਟਰਡ ਨੇ ਨਾ ਵੱਟੇ। ਇੱਕ ਹੁੰਦਾ ਖਣ ਵੱਟਾ, ਪੱਥਰ ਚੱਕਿਆ ਪਿੱਛੇ ਪਾ ਲਿਆ। ਇਹ ਖਣ ਵੱਟੇ ਨੇ ਗਿਆਨੀ, ਸਟੈਂਡਰਡ ਨਹੀਂ ਹੈ ਇਹਨਾਂ ਦਾ। ਸਟੈਂਡਰਡ ਦਾ ਘੜਿਆ ਹੁੰਦਾ, ਬਣਾਇਆ ਹੁੰਦਾ, ਕਿਸੇ ਟਕਸਾਲ ਦਾ ਬਣਿਆ ਹੋਇਆ ਹੁੰਦਾ। ਜਿਹੜੇ ਆਪੀ ਬਣੇ ਨੇ ਨਾ ਉਹ ਖਣ ਵੱਟੇ ਨੇ, ਉਹਨੂੰ ਕਹਿੰਦੇ ਖਣ ਵੱਟੇ। ਫਿਰ ਉਹ ਦੇਖ ਲੈਂਦੇ ਨੇ ਪਿੱਛੇ ਪਾ ਕੇ, ਜਿਵੇਂ ਉਹ ਦੁਕਾਨਦਾਰ ਦੇਖਿਆ ਥੋੜ੍ਹੇ ਵੱਟੇ ਨੇ, ਰੋੜਾ ਪਾ ਕੇ ਤੋਲ ਲੈਂਦੇ ਨੇ। ਇੱਕ ਪਾਸੇ ਰੋੜਾ ਪਾ ਲਿਆ, ਰੋੜਾ ਤੋਲ ਲਿਆ, ਕਿੰਨਾ ਬਣਦਾ ਅੰਦਾਜ਼ਾ ਲਾ ਲਿਆ ਵੀ ਰੋੜਾ ਇੰਨਾ। ਉਹ ਰੋੜੇ ਦਾ ਹੀ ਵੱਟਾ ਬਣਾ। ਇਹ ਰੋੜਿਆਂ ਦੇ ਵੱਟੇ ਨੇ। ਰੋੜੇ ਕੌਣ ਨੇ? ਰੋੜਾ ਹੋਰ ਬਾਟਕਾ। ਜਿਹੜੇ ਬਾਟ ਦੇ ਰੋੜੇ ਨੇ ਨਾ, ਇਹ ਵੱਟੇ ਨੇ, ਇਹ ਖਣ ਵੱਟੇ ਨੇ। ਇਹ ਜੇ ਬਥੇਰੇ ਹੁੰਦੇ ਨੇ, ਕੋਈ ਨਹੀਂ। ਇਹ ਕੁਛ ਡੱਕਾ ਨਹੀਂ ਪੈਦਾ ਕਰ ਸਕਦੇ ਹੁੰਦੇ ਗੁਰਮਤਿ 'ਚ। ਗੁਰਮਤਿ 'ਚ ਇਹਨਾਂ ਨੇ ਕੀ ਡੱਕਾ ਪੈਦਾ ਕਰਨਾ? ਰੇਲ ਉੱਤੇ ਜਾਂਦੀ ਹੈ, ਥੱਲੇ ਬਥੇਰੇ ਵੱਟੇ ਪੈਣੇ, ਤਾਂ ਥੱਲੇ ਵੱਟਿਆਂ ਤੋਂ ਥੱਲੇ ਕੰਮ ਲਈਦਾ। ਇਹਨਾਂ ਦੇ ਸਿਰ 'ਤੇ ਦੀ ਲੰਘਦੀ ਹੈ ਰੇਲ। ਰੇਲ ਚੱਲਦੀ ਹੈ, ਵੱਟੇ ਕੁਛ ਕਹਿੰਦੇ ਨੇ? ਵੱਟੇ ਤਾਂ ਥੱਲੇ ਚਾਹੀਦੇ ਨੇ ਸਾਨੂੰ। ਰੇਲ ਦੀ ਸੇਫਟੀ ਆਉਂਦੀ ਹੈ, 'ਚ ਰੇਲ ਨੂੰ ਕੋਈ ਨਹੀਂ ਫਰਕ ਪੈਂਦਾ, ਤਾਂ ਕਿ ਲੋਕਾਂ ਨੂੰ ਪਤਾ ਲੱਗਦਾ ਰਹਿੰਦਾ ਵੀ ਦੂਏ ਪਾਸੇ ਦਾ ਗਿਆਨ ਵੀ ਇਹੋ ਜਿਹਾ ਹੀ ਹੈ। ਦੇਖੋ ਨਾ, ਕਬੀਰ ਵੀ ਕਹਿ ਰਿਹਾ, ਨਿੰਦਕ ਨੀਅਰੇ ਰਾਖੀਏ ਆਂਗਣ ਕੁਟੀ ਛਪਾਏ। ਨਿੰਦੋ ਨਿੰਦੋ ਮੋਕੋ ਲੋਕ ਨਿੰਦੋ। ਇਹ ਨਿੰਦਿਆ ਵਾਲੇ ਨੇ। ਕੁਛ ਮਾੜਾ ਮੋਟਾ ਬੋਲਣ ਵਾਲੇ ਖਿਲਾਫ ਨਿੰਦਿਆ ਵਾਲੇ ਹੀ ਹੁੰਦੇ ਨੇ। ਉਹਦੀ ਹੋਰ ਗਾਹਾਂ ਗੱਲ ਕਲੀਅਰ ਹੋ ਜਾਂਦੀ ਹੈ। ਜਿੱਥੇ ਕੋਈ ਸ਼ੰਕਾ ਪੈਦਾ ਕਰ ਸਕਦੇ ਨੇ, ਉਹਨੂੰ ਹੋਰ ਕਲੀਅਰ ਕਰ ਦਿਓ, ਕੀ ਫਰਕ ਪੈਂਦਾ? ਸਾਡੇ ਕੋਲ ਕਿਹੜਾ ਸਾਬਣ ਦੀ ਕਮੀ ਹੈ? ਉਹ ਤਾਂ ਉਹ ਹੁੰਦਾ ਜਿਹਦੇ ਕੋਲ ਪਾਣੀ ਵਾਲੇ ਸਾਬਣ ਦੀ ਘਾਟ ਹੋਵੇ। ਨਾ ਸਾਬਣ ਦੀ ਘਾਟ ਹੈ, ਨਾ ਪਾਣੀ ਦੀ ਘਾਟ ਹੈ। ਇੱਥੇ ਦੋ ਚੀਜ਼ਾਂ ਦੀ ਕਮੀ ਨਹੀਂ। ਹਾਂਜੀ। ਹਰੇ ਨਮਸਤੇ ਹਰੇ ਨਮः। ਹਰੇ ਨਮਸਤੇ ਹਰੇ ਨਮः। ਜਿਹੜਾ ਹਰ ਹੈ ਨਾ, ਉਹਦੇ ਅੱਗੇ ਅਸੀਂ ਝੁਕੇ ਹਾਂ। ਨਮः ਤੇ ਨਮਸਤੇ ਹੁੰਦਾ, ਨਮः ਤੇ ਅੱਗੇ ਝੁਕ ਜਾਣਾ, ਨਮः ਨੀਵਾਂ ਹੋ ਜਾਣਾ। ਹਰੇ ਨਮः ਹਰ ਵਾਸਤੇ ਤਾਂ ਹਰ ਦੇ ਅੱਗੇ ਨੀਵੇਂ ਹੋਵੋ ਸਾਰੇ।
ਹਰ ਦੇ ਆਪਣੇ ਅੰਤਰ ਦੇ ਅੰਤਰ ਆਤਮਾ ਦੀ ਆਵਾਜ਼ ਹੈ ਜਿਹੜੀ, ਉਹਦੇ ਅੱਗੇ ਝੁਕ ਜਾਓ, ਉਹਨੂੰ ਮੰਨ ਲਓ। ਹਰੇ ਨਮਸਤੇ, ਹਰੇ ਨਮः, ਨਮः ਔਰ ਨਮਸਤੇ ਇੱਕੋ ਹੀ ਗੱਲ ਹੈ। ਉਹਨੂੰ ਨਮਸਕਾਰ ਕਰੋ, ਉਹਦੇ ਅੱਗੇ ਝੁਕੋ, ਉਹਦੀ ਗੱਲ ਮੰਨੋ। ਅੰਤਰਾਤਮਾ ਦੀ ਆਵਾਜ਼ ਅੰਦਰ ਬੈਠਾ ਹਰ, ਉਹਦੀ ਜਿਹੜੀ ਆਵਾਜ਼ ਹੈ ਨਾ, ਆਵਾਜ਼ ਤਾਂ ਸੁਣਦੀ ਆ, ਹਰ ਨਹੀਂ ਦੀਂਦਾ। ਉਹਦੀ ਆਵਾਜ਼ ਨੂੰ ਮੰਨ ਲਓ। ਆਖਰ ਤਾਂ ਜੇ ਦਿਖੇ ਤਾਂ ਵੀ ਆਵਾਜ਼ ਮੰਨਣੀ ਆਦਮੀ ਦੀ, ਨਾ ਦਿਖੇ ਤਾਂ ਵੀ ਆਵਾਜ਼ ਮੰਨਣੀ ਹੈ। ਹੁਣ ਟੀਵੀ ਤੇ ਕੋਈ ਬੋਲਦਾ, ਰੇਡੀਓ 'ਚ ਕੋਈ ਬੋਲਦਾ, ਰਾਸ਼ਟਰਪਤੀ ਉਹ ਕਹਿ ਰਿਹਾ, ਉਹ ਆਪਾਂ ਮੰਨਣੀ ਹੋਈ ਆ ਉਹ ਗੱਲ। ਸਰਕਾਰ ਦਾ ਆਰਡਰ ਮੰਨਣਾ ਹੀ ਹੁੰਦਾ। ਇਸ ਕਰਕੇ ਹਰ ਹੈ ਜਿਹੜਾ, ਕੋਈ ਹਰ ਸਮਾਨ ਨਹੀਂ, ਰਾਜਾ ਰਾਜਾ ਹੈ ਉਹ। ਰਾਮ ਨੂੰ ਵੀ ਰਾਜਾ ਕਿਹਾ, ਰਾਜਾ ਰਾਮ ਨਾਮ ਔਰ ਬ੍ਰਹਮ ਗਿਆਨ। ਇਸ ਕਰਕੇ ਹਰ ਔਰ ਰਾਮ ਦੇ ਵਿੱਚ ਕੋਈ ਭੇਦ ਨਹੀਂ ਹੈ। ਇੱਕੋ ਹੀ ਆਦਮੀ ਦੇ ਦੋ ਨੌਂ ਨੇ, ਨੌਂ ਦੋ ਨੇ, ਹੈ ਕੋਈ। ਹਰੇ ਨਮਸਤੇ, ਹਰੇ ਨਮः, ਹਰ ਹਰ ਕਰਤ ਨਹੀਂ ਦੁਖ ਜਮਹਿ, ਹਰ ਹਰ ਕਰਤ ਨਹੀਂ ਦੁੱਖ ਜਮੈ। ਜਿਹੜਾ ਹਰ ਕਰੂਗਾ, ਹਰ ਵਕਤ ਹਰ ਨਾਲ ਜੁੜਿਆ ਰਹੂਗਾ, ਹਰ ਵਕਤ ਹਰ ਵੱਲ ਜਿਹਦਾ ਧਿਆਨ ਰਹੂਗਾ, ਉਹਨੂੰ ਜਮ ਦਾ ਦੁੱਖ ਨਹੀਂ, ਉਹਨੂੰ ਮੌਤ ਦਾ ਦੁੱਖ ਨਹੀਂ, ਉਹਨੂੰ ਮਰਨ ਦੀ ਚਿੰਤਾ ਨਹੀਂ। ਹਾਂਜੀ, ਰਹਾਉ ਹਰ ਹਰ ਨਾਕਸ਼ ਹਰੇ ਪ੍ਰਾਨ। ਅਸਲ ਦੇ ਵਿੱਚ ਮੌਤ ਨਾਂ ਦੀ ਕੋਈ ਚੀਜ਼ ਹੈ ਨਹੀਂ। ਜੰਮਣ ਮਰਨ ਨੂੰ ਨਹੀਂ ਗੁਰਬਾਣੀ ਮੰਨਦੀ। ਭਰਮ ਹੈ ਜੰਮਣ ਮਰਨ, ਜੰਮਣ ਮਰਨ ਕਾ ਭਰਮ ਗਿਆ। ਜੰਮਣ ਮਰਨ ਦਾ ਉਹਦੇ ਅੰਦਰ ਭਰਮ ਨਹੀਂ ਰਹਿੰਦਾ, ਇਸ ਕਰਕੇ ਜਮ ਭਰਮ ਦਾ ਹੀ ਨਾਮ ਹੈ। ਭਰਮ ਕਹਿ ਕੇ ਚੱਲੇ ਮੈਂ ਭਜਮ। ਜੰਮਣ ਮਰਨ ਕਾ ਭਰਮ ਗਿਆ, ਗੁਰ ਸਾਖੀ ਜਾਗੀ। ਉਹਦੇ ਅੰਦਰ ਗੁਰੂ ਦੀ ਸਿੱਖਿਆ ਜਾਗਦੀ ਹੈ। ਜਦ ਗੁਰੂ ਦੀ ਸਿੱਖਿਆ ਨਾਲ ਜਾਗਦਾ ਹੈ, ਸਤਿਗੁਰ ਦੀ ਸਿੱਖਿਆ ਨਾਲ, ਗੁਰਬਾਣੀ ਦੀ ਸਿੱਖਿਆ ਨਾਲ ਜਾਗਦਾ, ਉਹਨੂੰ ਪਤਾ, ਉਹ ਸਮਝ ਜਾਂਦਾ ਵੀ ਜੰਮਣ ਮਰਨ ਤਾਂ ਹੁੰਦਾ ਹੀ ਨਹੀਂ। ਇਹ ਤਾਂ ਮੈਂ ਬਣਾਇਆ ਹੋਇਆ ਪੰਡਤ ਦਾ, ਇਹ ਸਨਾਤਨੀਆਂ ਦਾ ਬਣਾਇਆ ਹੋਇਆ ਜੰਮਣ ਮਰਨ। ਜਿਹੜੇ ਸਨਾਤਨੀ ਨੇ ਉਹ ਜੰਮਣ ਮਰਨ ਨੂੰ ਮੰਨਦੇ ਨੇ। ਸਨਾਤਨੀ ਦਾ 84 ਲੱਖ ਜੂਨ ਵੀ ਮੰਨਦੇ ਨੇ। ਜਿਹੜੇ ਸਨਾਤਨੀ 84 ਲੱਖ ਜੂਨ ਮੰਨਦੇ ਨੇ, ਜਿਹੜੇ ਜੰਮਣ ਮਰਨ ਨੂੰ ਮੰਨਦੇ ਨਹੀਂ, ਉਹਨਾਂ ਦਾ ਸਨਾਤਨੀਆਂ ਨਾਲ ਪਤਾ ਨਹੀਂ ਕਿਹੜੀ ਗੱਲ ਦਾ ਰਿਸ਼ਤਾ, ਮੈਨੂੰ ਤਾਂ ਸਮਝ ਨਹੀਂ ਆਈ। ਉਹਨਾਂ ਨਾਲ ਸਾਡੀ ਵਿਚਾਰਧਾਰੇ ਨਾਲ ਦੀ ਫਰਜ਼ ਕੀਤਾ। ਹਾਲਾਂਕਿ ਗੁਰਮਤਿ ਜੰਮਣ ਮਰਨ ਨੂੰ ਮੰਨਦੀ ਹੈ ਸਨਾਤਨੀ ਵਾਲੇ ਨੂੰ, ਪਰ ਜਿਹੜਾ ਲੇਕਿਨ ਸਨਾਤਨੀ ਮਤ ਦਾ ਬਹੁਤ ਕੁਝ ਨਹੀਂ ਮੰਨਦੀ। ਬਹੁਤ ਕੁਝ ਮੰਨਦੀ ਹੈ, ਬਹੁਤ ਕੁਝ ਨਹੀਂ ਮੰਨਦੀ। ਜੋ ਸਨਾਤਨੀ ਮਤ ਦੀ ਗੱਲ ਜਾਇਜ਼ ਹੈ ਉਹ ਮੰਨ ਲਈ, ਜੋ ਨਹੀਂ ਜਾਇਜ਼ ਉਹ ਨਹੀਂ ਮੰਨੀ। ਬਹੁਤ ਕੁਝ ਮੰਨ ਲਿਆ, ਪਰ ਉਹਦਾ ਜਾਇਜ਼ ਗੱਲਾਂ ਵੀ ਨਹੀਂ ਮੰਨਦੇ ਸਨਾਤਨੀ ਮਤ ਦੀਆਂ। ਵਕਾਲਤ ਸਨਾਤਨੀ ਮਤ ਦੀ ਕਰ ਰਹੇ ਨੇ। ਉਹ ਤਾਂ ਜੰਮਣ ਮਰਨ ਮੰਨਦੀ ਹੈ ਸਨਾਤਨੀ ਮਤ, 84 ਲੱਖ ਜੂਨ ਨੂੰ ਮੰਨਦੀ ਹੈ, ਗੁਰਮਤਿ ਵੀ ਮੰਨਦੀ ਹੈ। ਤੇ ਜਿਹੜੇ ਨਹੀਂ ਮੰਨਦੇ ਸਨਾਤਨੀ ਮਤ ਨੂੰ, ਜੰਮਣ ਮਰਨ ਨੂੰ, 84 ਲੱਖ ਜੂਨ ਨੂੰ, ਉਹਦਾ ਵਕੀਲ ਕਿਵੇਂ ਬਣ ਸਕਦਾ ਬਈ? ਇਹਦਾ ਮਤਲਬ ਜੰਮਣ ਮਰਨ ਮੰਨਣਾ ਪਊ। ਪਹਿਲਾਂ 84 ਲੱਖ ਜੂਨ ਮੰਨਣੀ ਪਊਗੀ। ਪਰ ਬੁੱਧੀ ਕਿੱਥੇ ਹੈ? ਐ ਨਹੀਂ ਪਤਾ ਵੀ ਮੈਨੂੰ ਕਿਹੜੇ ਕੰਨ, ਮੇਰਾ ਕੰਨ ਕਿਵੇਂ ਫੜਿਆ ਜਾਣਾ, ਇਹ ਨਹੀਂ ਪਤਾ ਹੈਗਾ। ਪਹਿਲਾਂ ਉਹ ਮੰਨਣੀ ਪਊ, ਫਿਰ ਗਾਹਾਂ ਗੱਲ ਕਰਾਂਗੇ। ਕਿਹਨੇ ਪਾਏ ਨੇ ਅਰਥ ਸਨਾਤਨ ਦੇ? ਮਿਸ਼ਨਰੀਆਂ ਨੇ, ਪਤਾ ਨਹੀਂ ਕਿਹਨੇ ਪਾਏ ਨੇ ਇੰਟਰਨੈਟ ਤੇ। ਉਹ ਜਦ ਆਪਾਂ ਨੇ ਕਿਹਾ 5 ਸਾਲ 6 ਸਾਲ ਪਹਿਲਾਂ, ਉਹਨਾਂ ਨੇ ਹੁਣ ਪਾਤੇ ਵੀ ਸਨਾਤਨ ਅਰਥ ਦੇ ਜਿਹੜਾ ਹੈ ਇਹ ਓਰੀਜਨਲ ਮਤ ਹੈ। ਓਰੀਜਨਲ ਲਫ਼ਜ਼ ਪਾਤਾ ਅੰਗਰੇਜ਼ੀ ਦਾ, ਮਹਾਨ ਕੋਈ ਤਾਂ ਹੈ ਨਹੀਂ ਹੈ। ਓਰੀਜਨਲ ਹੈ ਤਾਂ ਸਾਬਤ ਕਰੋ, ਓਰੀਜਨਲ ਹੈ, ਚਲੋ ਓਰੀਜਨਲ ਹੈ ਸਾਬਤ ਕਰੋ। ਮੈਂ ਜੇ ਆਪਣੀ ਚੀਜ਼ ਨੂੰ ਕਹਿੰਦਾ ਓਰੀਜਨਲ ਹੈ ਸਾਬਤ ਕਰਦਾ, ਸਾਬਤ ਵੀ ਕਰਨੀ ਪਊ। ਹਾਂਜੀ, ਹਰੀ ਹਰਨਾਕਸ਼ ਹਰੇ ਪ੍ਰਾਨ। ਦੇਖੋ ਇੱਕ ਓਰੀਜਨਲ ਜਿਹੜੀ ਚੀਜ਼ ਹੁੰਦੀ ਆ ਉਹ ਇੱਕ ਨਹੀਂ ਹੁੰਦੀ।
ओरिजिनल शब्द भी पूरा नहीं कर रहा सच नूं। ओरिजिनल शब्द वो ओरिजिनल ये है, पहला जिहड़ी चीज़ आई सी साडे कोल बिल्कुल उसदे नाल दी है ये, तो दूई हो गई वो, तो फिर एक तो रहा ही ना। फिर वो पुरजा कढ़दा, फिर दूआ ਉਹਦੇ ਨਾਲ ਦਾ ही लिया, ओरिजिनल हो गया वो, तो फिर दूआ हो गया। ओरिजिनल ਦਾ शब्द ਦਾ अर्थ है सैकंड, नॉट फस्ट। डिटो कापी फस्ट दी, पहले दी डिटो कापी उसे कंपनी का, वो चाहे आ पा देंदे पुरजा चाहे वो पा देंदे, इक्को ही गल है। फिर दो तो हो गए ना, 10 भी हो गए, 1000 भी हो गए, लख भी हो गया। तो एक गड्डी बनाई है, करोड़ गड्डी बनाती, उस कितने पिस्टन ने? सारे ओरिजिनल ने, सारे ओरिजिनल ने। उन्हें पता नहीं ओरिजिनल शब्द का की बनूगा हाँ जाके। ओरिजिनल शब्द का उधेड़ के की बना देना अगलिया ने, वो नहीं उन्होंने पता है। बुद्धि कित्थे है? बुद्धि नहीं पता, ओरिजिनल शब्द कट के रखता, लेकिन ये तो फिर सच तो फिर यही ना। क्वालिटी देख ली, क्वालिटी नहीं देखी। क्वालिटी भी नहीं है वो। हाँ, हरि हरनाक्ष हरे प्राण, हरे हरनाक्ष हरे प्राण। हर ने जिहड़ा हर है, हरनाक्ष ते प्राण हरे। हरनाक्ष कौन है? हिरना अलग है, कस अलग है, दो शब्द ने। हिरणाकश, हिरना कबीर, हिरना दूबरा, इतने हिरना लफ्ज है, कस नहीं आया होया। जेड़ा हिरना दूबरा है वो हिरना कस है। एक होंदा रस, एक होंदा कस। जेड़े माया दे रस ने उन्होंने कस कहते हैं। जेड़ा नाम का रस है वो रस है, जेड़ा माया का रस है वो कस है। जेड़ा कस है वो पुराना हो जाता है, जेड़ा नाम का रस है वो पुराना होंदा नहीं, वो तो समय का असर नहीं, जिउंदा त्यों है। माया का कोई भी रसा पा के रख दो, वो खटियाई पैदा हो जानी, वो बेहा हो जाना रसा पिया पिया। पानी भी बाहर बेहा हो जाता 4 दिन बाद, घंटे नाल दी नाल हवा लगती है, जिन्होंने हवा लग गई बेहा हो गया, बासी हो गया। रोटी बासी होती है, हर चीज़ पुरानी होती है माया दी। जो पुराना होंदा वो कस है, जिहदे विच समय का असर है। जिवें वो एक ईरान दी वो राणी है, उन्हें अंगूरां दा पानी कढ़िया ते बोतल च पा के रखता, 2-4 दिन पिया रहा, ना पीता। एक दिन उन्हें वो पानी पी लिया, हो ताज़ा होना नहीं अंगूरां दा, उन्होंने कोई पता नहीं सी, उन्होंने उसदा नशा हो गया। फिर पता लग गया भी ये पुराना हो गया, जो नशा पैदा हो जाता। उदों पहला की सी, जब ताज़ा कढ़िया सी, ताज़ा सी अमृत। तो जब पुराना हो गया फिर की बन गई? फिर बन गई अल्कोहल पैदा हो गई। उस असर काहदा होया? समय का। समय ने तो बिच रस का कस बनाता, रस का कस बनाता ना, ਉਹਦੇ ਵਿੱਚ हो गया नशा, हो गई विख्या। पहला सी अमृत तो विख्या अमृत फिर इको ही है, दो किवें हो गए? होर तो कुछ पाया ही नहीं, देखा तो दो किवें हो गए? तो इको ही है, वही अमृत सी वही विख्या होगी, ये किवें हो गया? वही दुध है, दुध हो गया खराब, फट गया, पी लो जहर है। पहला अमृत है तो विख्या अमृत एक ही हो गए, दो किवें हो गए? एक कस शब्द है, कस विख्या नूं कहंदे ने।
ਵਿਖਿਆ ਦੇ ਰਸ ਸਾਰੇ ਕਸ ਨੇ। ਕਸ ਵਿਗੜ ਜਾਂਦਾ ਹੁੰਦਾ, ਜੋ ਰਸ ਵਿਗੜ ਜਾ ਉਹਨੂੰ ਕਸ ਕਹਿੰਦੇ ਨੇ। ਜਿਹ 'ਚ ਬਕਾਰ ਪੈਦਾ ਹੋ ਜਾਣ ਉਹ ਕਸ ਹੁੰਦਾ। ਜਿਹੜਾ ਹਿਰਣਾ ਮਾਨਾ ਹੈ, ਜਿਹੜਾ ਮਾਇਆ ਦੇ ਰਸਾਂ ਨਾਲ ਉਲਝਿਆ ਹੋਇਆ ਹਿਰਣਾ ਕਸ਼ ਹੈ। ਆਏ ਗੱਲ ਸਰੀਰ ਵਿੱਚ ਰਿਹਾ ਜੀਵ, ਹਰੀ ਨੇ ਸਾਰੀ ਉਮਰ ਸਮਝਾਇਆ ਵੀ ਆਹ ਕੰਮ ਨਾ ਕਰ, ਆਹ ਨਾ ਕਰ, ਆਹ ਨਾ ਕਰ। ਜਾਂ ਨਾ ਹਟਿਆ ਨਾ, ਕਸਾਂ ਦੇ ਵਿੱਚ ਰਿਹਾ, ਰਸ ਵੱਲ ਨਾ ਆਇਆ। ਹਰੀ ਦੀ ਗੱਲ ਰਸ ਹੈ। ਜੋ ਹਰ ਕੀ ਸ਼ਬਦ ਹੈ ਨਾ, ਜੋ ਰਾਮ ਬੋਲਦਾ, ਜੋ ਅੰਤਰਾਤਮਾ ਦੀ ਆਵਾਜ਼ ਹੈ, ਉਹ ਰਸ ਹੈ। ਉਹ ਵਿਗੜਨ ਵਾਲਾ ਨਹੀਂ ਹੈ, ਉਹ ਜ਼ਹਿਰ ਨਹੀਂ ਹੈ, ਉਹ ਅੰਮ੍ਰਿਤ ਹੈ। ਤਾਂ ਹੀ ਤਾਂ ਕਿ ਅੰਮ੍ਰਿਤ ਛਾੜ ਵਿਖੇ ਵਿਖ ਖਾਈ। ਇਹ ਵਿਖ ਖਾਂਦਾ ਅੰਮ੍ਰਿਤ ਛੱਡ ਕੇ। ਜਿਹਦਾ ਅੰਮ੍ਰਿਤ ਛੱਡਿਆ ਹੈ ਵਿਖ ਖਾਂਦਾ ਰਿਹਾ ਸਾਰੀ ਉਮਰ, ਉਹਦੇ ਪ੍ਰਾਣ ਹਰੇ ਨੇ। ਹਰੀ ਹਰਨਾਕਸ਼ ਹਰੇ ਪ੍ਰਾਣ। ਜਿਹੜਾ ਹਰਨਾਕਸ਼ ਵਾਲੀ ਬੁੱਧ ਨਹੀਂ ਛੱਡੀ, ਕਸ ਨਹੀਂ ਛੱਡੇ ਸਾਰੀ ਉਮਰ ਮਾਇਆ ਦੇ, ਉਹ ਸਾਰੇ ਹਰਨਾਕਸ਼, ਉਹ ਸਾਰੇ ਹੀ ਹਰਨਾਕਸ਼ ਨੇ। ਉਹਦੇ ਹਰੀ ਨੇ ਪ੍ਰਾਣ ਹਰ ਦੇਣੇ ਨੇ, ਸਾਹ ਲੈਣਾ ਬੰਦ ਕਰ ਦੇਣਾ, ਛੁੱਟੀ, ਜੀਵਨ ਐਵੇਂ ਚਲਾ ਜਾਣਾ, ਪਛਤਾਈ ਜਾ। ਉਹ ਹਰੀ ਉਹ ਸਾਹ ਲੈਂਦਾ, ਉਹੀ ਹਰਦਾ ਪ੍ਰਾਣ। ਹਰ ਦੀ ਵਜ੍ਹਾ ਨਾਲੇ ਪ੍ਰਾਣ ਨੇ ਹਰੇ। ਹਰੇ ਹਰਨਾਕਸ਼ ਹਰੇ ਪ੍ਰਾਣ। ਜਦ ਹਰਨਾਕਸ਼ ਨਾ ਹਟਿਆ ਤਾਂ ਉਹਦੇ ਪ੍ਰਾਣ ਹਰਲੇ, ਸਾਹ ਲੈਣਾ ਬੰਦ ਕਰਤਾ, ਸੁਰਤ ਮਾਰੀ ਗਈ। ਉਹ ਸੁਰਤ ਸੀ ਨਾ, ਮਰ ਗਈ। ਸੁਰਤ ਕਸਾਂ 'ਚ ਬੜੀ ਹੋਈ ਸੀ, ਰਸ ਵਿੱਚ ਖਿੱਚਦਾ ਸੀ, ਸੁਰਤ ਰਸ 'ਚ ਨਹੀਂ ਆਈ, ਕਸਾਂ 'ਚ ਬੜੀ ਰਹੀ। ਹਰ ਹਰਨਾਕਸ਼ ਹਰੇ ਪ੍ਰਾਣ। ਉਹਨੇ ਦੁਖੀ ਹੋ ਕੇ ਇਹਦੇ ਪ੍ਰਾਣੇ ਹਰਤੇ। ਆਪੇ ਪੈਦਾ ਕੀਤਾ ਤਾਂ ਆਪੇ ਮਾਰਤਾ। ਇਹਨੂੰ ਛੱਡੋ, ਇਹਨਾਂ ਨਹੀਂ ਹੁਣ ਸੁਧਰਨਾ। ਇਹਨੇ ਨਲਾਇਕ ਨੇ ਨਹੀਂ ਸੁਧਰਨਾ। ਇਹ ਸ਼ੈਤਾਨ ਦਾ ਚੇਲਾ ਹੋ ਗਿਆ, ਇਨਸਾਨ ਦੀ ਗੱਲ ਨਹੀਂ ਸੁਣਦਾ। ਸ਼ੈਤਾਨ ਬੈਠੇ ਨੇ ਬਾਹਰ, ਸ਼ੈਤਾਨ ਦੇ ਅਵਤਾਰ ਨੇ। ਜਿਹੜਾ ਹਰ ਤੋਂ ਉਲਟ ਗੱਲ ਕਰਦਾ ਸ਼ੈਤਾਨ ਨੇ। ਉਹ ਜਿਹੜੇ ਸ਼ੈਤਾਨ ਦੇ ਅਵਤਾਰ ਨੇ, ਉਹਨਾਂ ਦੀਆਂ ਮੱਤਾਂ ਨੇ ਇੱਥੇ ਬਣੀਆਂ ਹੋਈਆਂ। ਸ਼ੈਤਾਨ ਦੀ ਗੱਲ ਜ਼ਿਆਦਾ, ਇਸਲਾਮ ਬਹੁਤ ਗੱਲ ਕਰਦਾ ਸ਼ੈਤਾਨ ਦੀ। ਤੇ ਹਰ ਨੇ ਫਿਰ ਉਹਦੇ ਪ੍ਰਾਣੇ ਹਰਤੇ। ਹਰੇ ਹਰਨਾਕਸ਼ ਹਰੇ ਪ੍ਰਾਣ। ਅਜੈ ਮਲ ਕੀਓ ਬੈਕੁੰਠੈ ਥਾਨ। ਜੇ ਅਜੈ ਮਲ ਸੀ ਜਿਹੜਾ, ਅਜੈ ਮਲ ਸੀ ਜਿਹੜਾ, ਚਿੱਤ ਸੀ ਜਿਹੜਾ, ਚਿੱਤ ਅਜੈ ਮਲ। ਚਿੱਤ ਨਹੀਂ ਜਿੱਤ ਹੁੰਦਾ ਕਦੇ ਵੀ। ਆਖਰ ਹਾਰ ਮਨ ਨਹੀਂ ਮੰਨਣੀ ਹੈ ਚਿੱਤ ਨੂੰ। ਚਿੱਤ ਤਾਂ ਕਦੇ ਹਾਰਦਾ ਹੀ ਨਹੀਂ। ਅਜੈ ਮਲ ਕੀਓ ਬੈਕੁੰਠੈ ਥਾਨ। ਬੈਕੁੰਠੇ ਥਾਨ। ਅਜੈ ਮਲ ਨੇ ਆਪਣਾ ਬੈਕੁੰਠ 'ਚ ਥਾਨ ਰੱਖਿਆ। ਅਜੈ ਮਲ ਗਿਆ ਹੀ ਨਹੀਂ ਮਾਇਆ 'ਚ। ਉਹਨੇ ਨਹੀਂ ਬੈਕੁੰਠ ਛੱਡਿਆ। ਉਹ ਫੇਰ ਹਰ ਆਪਣੇ ਬੈਕੁੰਠ ਵਿੱਚ ਚਲਾ ਗਿਆ। ਹਰ ਤਾਂ ਜਾਣਾ ਹੀ ਸੀ ਬੈਕੁੰਠ ਵਿੱਚ। ਹਰ ਤਾਂ ਅਜੈ ਮਲ ਦੇ ਪ੍ਰਾਣ ਹਰ ਕੇ ਨਾ, ਹਰਨਾਕਸ਼ ਦੇ ਪ੍ਰਾਣ ਹਰ ਕੇ। ਅਜੈ ਮਲ ਸੀ ਜਿਹੜਾ, ਕਿਉਂਕਿ ਹਰਨਾਕਸ਼ ਅਜੈ ਮਲ ਦੀ ਉਹ ਚਲਦੀ ਸੀ। ਇੱਥੇ ਲੜਾਈ ਚਿੱਤਰ ਮਨ ਦੀ ਉਹ ਚਲਦੀ ਸੀ। ਜਿਹਦੇ ਪ੍ਰਾਣ ਹਰੇ ਗਏ ਉਹ ਹਰਨਾਕਸ਼ ਸੀ। ਜਿਹਨੇ ਹਰੇ ਉਹ ਅਜੈ ਮਲ ਹੋ ਗਿਆ। ਇੱਕ ਹਾਰਿਆ, ਇੱਕ ਜਿੱਤਿਆ। ਲੜਾਈ ਹੋ ਰਹੀ ਹੈ, ਜੰਗ ਹੋ ਰਹੀ ਹੈ। ਇੱਕ ਤਾਂ ਮਾਰਿਆ ਗਿਆ, ਉਹਦੇ ਪ੍ਰਾਣ ਹਰਤੇ। ਜਿਹਨੇ ਮਾਰਿਆ ਉਹ ਕੌਣ ਹੈ? ਉਹ ਅਜੈ ਮਲ ਹੈ। ਜਿੱਤਿਆ ਤਾਂ ਉਹੀ ਹੈ, ਹਾਰਿਆ ਤਾਂ ਹੈ ਨਹੀਂ ਉਹ। ਹਰ ਖਾਤਰ ਅਜੈ ਮਲ ਆਇਆ ਲਫ਼ਜ਼। ਕੀਓ ਬੈਕੁੰਠੈ ਥਾਨ। ਉਹ ਬੈਕੁੰਠ ਚਲਾ ਗਿਆ। ਥਾਨ ਇਹ ਬੈਕੁੰਠ ਹੈ ਬਸ, ਹੋਰ ਬੈਕੁੰਠ ਕੋਈ ਨਹੀਂ ਹੈ। ਉਹ ਬੈਕੁੰਠ ਨਹੀਂ ਜਿਹੜੀ ਉਹ ਕਹਿੰਦੇ ਨੇ। ਇਹ ਕਿਹੜਾ ਬੈਕੁੰਠ ਹੈ? ਥਾਨ ਕੀਤਾ ਸਰੀਰ ਛੱਡਦਾ ਬੈਕੁੰਠ ਹੈ। ਦੇਵਲੋਕ ਬੈਕੁੰਠ ਹੈ। ਹਾਰਿਆ ਉਹ ਅਖੰਡ ਮੰਡਲ ਹੈ ਜਿਹੜਾ, ਅਖੰਡ ਮੰਡਲ ਹੈ, ਉਹ ਬੈਕੁੰਠ ਹੈ। ਆਕਾਸ਼ ਉਹੀ ਬੈਕੁੰਠ ਹੈ। ਹੋਰ ਕਿੱਥੇ? ਉਹ ਤਾਂ ਫੇਰ ਆ ਜਾਣਾ ਜਨਮ ਲੈਣ। ਹੋਰ ਉਹ ਬੈਕੁੰਠ ਨਹੀਂ ਉਹਦਾ ਨਾਮ।
ਉਹ ਜਿਹੜੀ ਬੈਕੁੰਠ ਕਹਿੰਦੇ ਨੇ ਉਹ ਨਹੀਂ ਹੈਗੀ ਉਹਨਾਂ ਵਾਲੀ। ਹਾਂ, ਉਹਨਾਂ ਨੇ ਜਿਹੜਾ ਨਕਸ਼ਾ ਦੱਸਿਆ ਬੈਕੁੰਠ ਦਾ, ਉਹ ਬੈਕੁੰਠ ਰੱਦ ਕੀਤੀ ਹੋਈ ਹੈ। ਹਾਂ, ਸੂਆ ਪੜਾਵਤ ਗਣਕਾ ਤਰੀ। ਸੂਆ ਗਨਕਾ ਕੌਣ ਹੈ? ਜਿਹੜੀ ਸੀਆ ਤੀ ਉਹ ਗਨਕਾ ਹੋ ਗਈ। ਮਨ ਸੂਆ ਤੇ ਭਰਾਉਣ ਵਾਲੀ ਸੀਆ, ਸੀਤਾ। ਸੀਆ ਸੀਤਾ ਨੂੰ ਕਹਿੰਦੇ ਨੇ। ਸੀਆ ਲਵ ਸੀਤਾ ਦਾ, ਮਨ ਦਾ ਸੂਆ, ਮਨ ਦਾ ਨਾ ਸੂਆ ਉਹ ਸੀਆ, ਉਹ ਪੁਲਿੰਗ ਇਸਤਰੀ ਲਿੰਗ। ਸੀਆ ਤੇ ਸੀਤਾ, ਬਹੁਤ ਹੀ ਵਾਰ ਸੀਆ ਲਿਖਿਆ ਹੋਇਆ। ਸੀਤਾ ਤੋਂ ਸੀਆ ਜ਼ਿਆਦਾ ਲਿਖਿਆ। ਸੀਆ ਤਾਂ ਸੀਤਾ ਤਾਂ ਲਿਖਿਆ ਹੋਇਆ ਹੀ ਬਹੁਤ ਘੱਟ ਹੈ ਪੰਜਾਬੀ ਚ ਕਹਿੰਦੇ, ਉਹ ਤਾਂ ਸੀਆ ਹੀ ਚੱਲਦਾ, ਉਹਦੇ ਤਾਂ ਰਮਾਇਣ ਤਾਂ ਜ਼ਿਆਦਾ ਸੀਆ ਚੱਲਦਾ। ਸੀਏ ਸਗੈ ਸੰਬੋਧਨ ਸੀਏ, ਸੀਆ ਸੀਆ ਸੁੱਤ, ਸੀਤਾ ਤਾਂ ਬਹੁਤ ਘੱਟ ਆਇਆ। ਸੀਆ ਔਰ ਸੂਆ, ਸੂਆ ਮਾਨਾ ਸੀਆ ਬੁੱਧੀ ਹੈ। ਸੂਆ ਪੜਾਵਤ ਗਣਕਾ। ਹੁਣ ਸੂਆ ਜਿਹੜਾ ਮਨ ਸੀ, ਆਪਣੇ ਮਨ ਨੂੰ ਬੁੱਧੀ ਨੇ ਪੜਾਉਣਾ ਸੀ, ਉਹਨੇ ਇਹਨੂੰ ਪੜਾਉਣਾ ਸੀ। ਅਕਲ ਇਹ ਸਮਝਦੀ ਹੈ, ਫਿਰ ਮਨ ਨੂੰ ਸਮਝਾਉਂਦੀ ਹੈ। ਉਲਟੇ ਪਾਸੇ ਜਾਂਦਾ ਮਨ ਨੂੰ ਰੋਕਣ ਵਾਸਤੇ ਅਕਲ ਦੀ ਲੋੜ, ਅਕਲੇ ਕਰੂ ਨਾ। ਜੇ ਅਕਲ ਸਮਝਾ ਕੇ ਮਨ ਨੂੰ ਮੋੜ ਲੂ ਤਾਂ ਮੁੜ ਜੂ, ਵਰਨਾ ਕੋਈ ਹੋਰ ਨਹੀਂ ਮੋੜ ਸਕਦਾ। ਆਪਣੀ ਅਕਲੇ ਮੋੜਦੀ ਹੈ ਮਨ ਨੂੰ, ਬਾਕੀ ਨਹੀਂ ਕੋਈ ਮੋੜ ਸਕਦਾ। ਜਿਹੜਾ ਸੂਆ ਹੈ ਨਾ, ਇਹਨੂੰ ਸੂਅਟਾ ਵੀ ਲਿਖਿਆ ਅੱਗੇ। ਸੂਆ ਪੜਾਵਤ ਗਨਕਾ ਤਰੀ। ਗਨਕਾ ਕਿਹੜੀ ਸੀ? ਜਿਹਨੇ ਸਨਾਤਨੀ ਮਤ ਲੈ ਲਈ ਉਹ ਗਨਕਾ ਸੀ। ਸੰਤ ਸਮੂਹ ਅਨੇਕ ਮਤੀ ਕੇ ਨੇ, ਬੇਅੰਤ ਸੰਤ ਨੇ, ਬੇਅੰਤ ਮੱਤਾਂ ਨੇ, ਬੇਅੰਤ ਇਹਨਾਂ ਦੇ ਮੰਦਰ ਨੇ, ਬੇਅੰਤ ਦੇਵਤੇ ਨੇ ਅਲੱਗ-ਅਲੱਗ। ਜਿਹੜੇ ਮੰਦਰ ਵੀ ਜਾਵੇ ਮੱਥਾ ਟੇਕਦੇ, ਕੋਈ ਫਰਕ ਨਹੀਂ ਹੈਗਾ। ਇੱਕ ਦੇਵਤੇ ਤੇ ਨਹੀਂ ਖੜੀ ਹੈ, ਸਾਰੇ ਹੀ ਮੰਦਰਾਂ ਦੇ ਸਾਰੇ ਦੇਵਤਿਆਂ ਦੇ ਜਿਹੜੀ ਖੜੀ ਹੈ ਉਹ ਗਨਕਾ। ਇੱਕ ਪਤੀ ਨਾਲ ਨਹੀਂ ਜੁੜੀ ਹੋਈ, ਇੱਕ ਤੇ ਆਸ ਨਹੀਂ ਹੈ, ਇੱਕ ਤੇ ਭਰੋਸਾ ਨਹੀਂ ਹੈ। ਜਿਹਦਾ ਇੱਕ ਤੇ ਭਰੋਸਾ ਹੀ ਨਹੀਂ। ਇੱਕ ਕੋ ਛਾੜ ਅਨੇਕ ਭਜੈ। ਹਾਂ, ਇੱਕ ਕੋ ਛਾੜ ਅਨੇਕ ਭਜੈ, ਸੁਖਦੇਵ ਪਰਾਸਰ ਬਿਆਸ ਝੁਠਾਨਿਓ। ਸੁਖਦੇਵ ਵੀ ਕਹਿੰਦਾ ਵੀ ਇੱਕ ਨੂੰ ਫੜ, ਬਿਆਸ ਵੀ ਇੱਕ ਦੀ ਉਹ ਗੱਲ ਕਰ ਰਿਹਾ, ਪਰਾਸਰ ਵੀ ਇੱਕ ਦੀ ਉਹ ਗੱਲ ਕਰ ਰਿਹਾ। ਤੇ ਤੁਸੀਂ ਅਨੇਕ ਦੇਵੀ ਦੇਵਤੇ ਬਣਾ ਕੇ ਇਹ ਕੀ ਕੀਤਾ? ਉਹ ਝੂਠੇ ਨੇ, ਫਿਰ ਤੁਸੀਂ ਸੱਚੇ ਹੋ ਗਏ। ਸਨਾਤਨੀ ਸੱਚੇ ਨੇ, ਉਹ ਪਰਾਸਰ ਬਿਆਸ ਉਹ ਨਹੀਂ ਝੂਠੇ ਹੋ ਗਏ। ਉਹ ਬਿਆਸ ਨੂੰ ਸੁਖਦੇਵ ਨੂੰ ਵੀ ਮੰਨੀ ਜਾਂਦੇ ਹੋ, ਉਹਨਾਂ ਤੋਂ ਉਲਟ ਵੀ ਕੰਮ ਕਰੀ ਜਾਂਦੇ ਹੋ। ਇਸੇ ਕਰਕੇ ਉਹਨਾਂ ਨੇ ਕਿਹਾ ਸੀ ਧਰਮ ਗ੍ਰੰਥ ਪੜ੍ਹਨਾ ਦਿਓ ਲੋਕਾਂ ਨੂੰ। ਜੇ ਪੜ੍ਹ ਗਏ ਹੈ ਤਾਂ ਸਾਰਾ ਹੀ ਫਰੌਡ। ਜਦ ਲੋਕਾਂ ਨੇ ਧਰਮ ਗ੍ਰੰਥ ਇਹਨਾਂ ਦੇ ਪੜ੍ਹ ਲਏ, ਫਰੌਡ ਫੜਿਆ ਗਿਆ। ਦੂਏ ਜਿਹੜੇ ਕਾਗਜ਼ ਹੁੰਦੇ ਨੇ ਮਿਨਿਸਟਰੀਆਂ ਦੇ ਵਿੱਚ ਲੁਕੋਏ ਹੋਏ ਫਰੌਡ, ਜਦ ਦੂਏ ਕੋ ਆ ਜਾਂਦਾ ਜਾਂ ਪਤਾ ਲੱਗਦਾ ਫਰੌਡ ਦਾ। ਜਦ ਬਦਲ ਜਾਂਦੀ ਹੈ ਸਰਕਾਰ, ਫਿਰ ਕੱਢਦੇ ਨੇ ਫਰੌਡ। ਫਰੌਡ ਦਾ ਕਾਗਜ਼ਾਂ 'ਚ ਲਿਖੇ ਹੁੰਦੇ ਨੇ। ਇਹਨਾਂ ਦੇ ਗ੍ਰੰਥਾਂ ਦੇ ਫਰੌਡ ਸਾਰੇ ਫੜ ਲਏ, ਦੂਜਿਆਂ ਨੇ ਪੜ੍ਹ ਲਏ। ਇਸੇ ਕਰਕੇ ਡਰ ਸੀ ਇਹਨਾਂ ਨੂੰ ਵੀ ਪੜ੍ਹਨ ਨਹੀਂ ਦੇਣਾ ਕਿਸੇ ਨੂੰ। ਪੜ੍ਹਨ ਤੇ ਪੜ੍ਹੂਗਾ, ਉਹ ਆਪਣੇ ਕਰਦਾ ਹੈ, ਉਹਨੂੰ ਬੋਲਣ ਦੇਣਾ ਹੀ ਨਹੀਂ ਆਪਾਂ ਨੇ। ਜੇ ਦੂਆ ਪੜ੍ਹ ਗਿਆ ਤਾਂ ਸਾਰਾ ਫਰੌਡ ਨੰਗਾ ਹੋ ਜੂਗਾ। ਤਾਂ ਫਰੌਡ ਹੀ ਨੰਗਾ ਹੋ ਗਿਆ ਸਾਰਾ। ਹਾਂਜੀ, ਸੂਆ ਪੜਾਵਤ ਗਨਕਾ ਤਰੀ, ਸੋ ਹਰੀ ਨੈਣੋ ਕੀ ਪੂਤਰੀ। ਸੋ ਹਰੀ ਨੈਣੋ ਕੀ ਪੂਤਰੀ। ਉਹ ਜਿਹੜਾ ਹਰੀ ਹੈ ਨਾ, ਸੂਆ ਨੇ ਪੜ੍ਹਾਇਆ ਕਿ ਹਰੀ ਬਾਰੇ ਹਰ ਕੀ ਹੈ, ਉਹੀ ਪੜ੍ਹਾਇਆ ਮਨੂੰ। ਤੇਰਾ ਪਿਤਾ ਕੌਣ ਹੈ? ਹਰ ਕੌਣ ਹੈ? ਤੇਰਾ ਮੂਲ ਹੈ, ਘਟ ਦੇ ਵਿੱਚ ਵੱਸਦਾ ਹੈ। ਘਟ ਕੜ ਮੈਂ ਹਰਜੂ ਬਸ ਹੈਗੀ ਨਾ ਦੱਸਿਆ, ਉਸਨੇ ਦੱਸਿਆ। ਸੋ ਹਰ ਨੈਣੋ ਕੀ ਪੂਤਰੀ। ਉਹ ਜਿਹੜਾ ਹਰ ਹੈ,
ਸਾਡੀ ਜਿਹੜੀ ਸਮਝਣ ਸ਼ਕਤੀ ਹੈ ਨਾ, ਨੈਣ ਹੁੰਦਾ ਸਮਝਣ ਸ਼ਕਤੀ ਦਾ ਨਾਮ ਹੈ ਨੈਣ। ਨੈਣੋ ਕੀ ਪੁੱਤਰੀ। ਦੇਖਣ ਸ਼ਕਤੀ ਜਾਂ ਸਮਝਣ ਸ਼ਕਤੀ ਹੈ ਜਿਹੜੀ, ਉਹਦੀ ਜੋਤ ਹੈ। ਹੋਰ ਪੁੱਤਰੀ ਜੋਤ ਹੁੰਦਾ। ਅਸਲ 'ਚ ਪੁਤਲਾ ਹੁੰਦਾ ਜਿਹੜਾ ਲਫ਼ਜ਼ ਪੁਤਲਾ, ਪੁਤਲਾ ਕਹਿੰਦਾ ਵਜੂਦ ਹੁੰਦਾ। ਪੱਪੇ ਨੂੰ ਦਲੈਂਕਣ ਹੈ ਪੁੱਤਰੀ, ਪੁੱਤਰੀ ਹਾਂ ਹਾਂ, ਪੁੱਤਰੀ ਨਹੀਂ, ਪੂਤਰੀ ਹੈ। ਪੁੱਤਰੀ ਪੂਤਲਾ ਹੁੰਦਾ ਨਾ, ਪੂਤਲਾ। ਜਿਵੇਂ ਜਿਹੜੀ ਕਿਰਨ ਹੁੰਦੀ ਹੈ, ਕਿਰਨ ਉਹਦੀ ਜੋਤ। ਆ ਕਹਿੰਦੇ ਨੇ ਅੱਖ ਦੇ ਵਿੱਚ ਜੋਤ ਆਉਂਦੀ ਨਹੀਂ, ਪਿੱਛੋਂ ਜੋਤ ਨਹੀਂ ਡਾਕਟਰ ਕਹਿੰਦੇ ਆਉਂਦੀ, ਉਹ ਅੱਖ ਦੀ ਜੋਤ ਹੈ, ਅੱਖ ਨਹੀਂ ਹੈਗੀ ਉਹ। ਨੈਣੋ ਕੀ ਪੁੱਤਰੀ, ਪੁੱਤਰੀ ਹਾਂ, ਉਹਦੀ ਜੋਤ ਪਿੱਛੋਂ ਆਉਂਦੀ ਹੈ। ਘੜ ਚ ਹਰ ਨਾ, ਉਹ ਜਿਹੜੀ ਅੱਖ ਦੇ ਵਿੱਚ ਜੋਤ ਆ ਉਹ ਹੈ। ਉਹ ਡਾਕਟਰ ਵੀ ਕਹਿੰਦੇ ਨੇ ਪਿੱਛੇ ਜੋਤ ਨਹੀਂ ਆਉਂਦੀ। ਉਹ ਜੋਤ ਕੀ ਹੈ ਡਾਕਟਰ ਦੱਸਣ, ਫਿਰ ਉਹ ਜੋਤ ਕੀ ਹੈ। ਆ ਦੱਸਿਆ ਉਹ ਜੋਤ ਹੈ, ਉਹ ਹੈ ਉਹਦੀ ਉਹ ਜੋਤ ਆਉਂਦੀ ਹੈ। ਕਹਿੰਦੇ ਵੀ ਅੱਖ ਦੀ ਪੁਤਲੀ ਖਰਾਬ ਹੈ। ਹਾਂ, ਪੁਤਲੀ ਕਹਿੰਦੇ ਉਹ ਪੁਤਲੀ ਤਾਂ ਉਹ ਇਹਨੂੰ ਕਹਿੰਦੇ ਨੇ। ਉਹ ਪੁਤਲੀ ਤਾਂ ਕਹਿੰਦੇ ਉੱਤੇ ਦੀਦਾ ਨਹੀਂ, ਜਾਂ ਜੋਤ ਨਹੀਂ ਆਉਂਦੀ ਪੁਤਲੀ ਆਪੇ ਖਰਾਬ ਹੈ। ਜੇ ਜੋਤ ਨਹੀਂ ਆਉਂਦੀ, ਜਿੱਥੇ ਜੋਤ ਆਉਂਦੀ ਹੈ ਉਹਨਾਂ ਨੂੰ ਜਿਹੜੀ ਜਗ੍ਹਾ ਆਉਂਦੀ ਹੈ, ਜਗ੍ਹਾ ਦਿੰਦੀ ਹੈ, ਜੋਤ ਨਹੀਂ ਦਿੰਦੀ। ਉਹ ਜਗ੍ਹਾ ਨੂੰ ਉਹ ਕਹਿ ਦਿੰਦੇ ਨੇ ਪੁਤਲੀ ਹੈ ਅੱਖ। ਹਰ ਹਰ ਕਰਤ ਪੂਤਨਾ ਤਰੀ, ਹਰ ਹਰ ਕਰਤ ਪੂਤਨਾ ਤਰੀ। ਪੂਤਨਾ ਤਰੀ ਗਈ ਉਹਨੇ। ਹੁਣ ਇੱਕ ਗੱਲ ਦੱਸਤੀ, ਘੱਟ ਘੱਟ ਮੈਂ ਹਰਜੂ ਬਸੇ ਤੇ ਚੱਕ ਕੇ ਜੋਤ ਅੱਖ ਤੱਕ ਲੈ ਆਏ। ਪਹਿਲਾਂ ਬ੍ਰੇਨ 'ਚ ਆਈ ਜੋਤ, ਬ੍ਰੇਨ ਤੋਂ ਅੱਖ 'ਚ ਆਈ, ਇੱਥੇ ਤੱਕ ਤਾਂ ਲੈ ਆਏ ਨਾ। ਹਿਰਦੇ 'ਚੋਂ ਚੱਕ ਕੇ ਤਿਰਕੁੜੀ, ਤਿਰਕੁੜੀ 'ਚੋਂ ਅੱਖ 'ਚ, ਇੱਥੇ ਤੱਕ ਤੁਹਾਨੂੰ ਸਫ਼ਰ ਦੱਸਤਾ। ਲੱਭਣਾ ਹਰ ਕੀ ਹੈ, ਇਹ ਹਰ ਦੀ ਪ੍ਰਾਪਤੀ ਹੈ, ਹਰ ਦੀ ਸਮਝ ਹੈ। ਹਰ ਕੀ ਹੈ, ਜੋ ਜੋਤ ਹੈ। ਡਾਕਟਰ ਕਹਿੰਦੇ ਜੋਤ ਨਹੀਂ ਆ ਰਹੀ ਪਾਈਪ ਦੇ ਵਿੱਚ ਦੀ, ਪਿੱਛੋਂ ਜੋਤ ਹੀ ਨਹੀਂ ਆ ਰਹੀ, ਤਾਂ ਅੱਖ ਦਿਖੇ ਕਿਵੇਂ? ਉਹ ਪੂਤਰੀ ਹੈ। ਜਿਵੇਂ ਪੁਤਲਾ ਮਿੱਟੀ ਦਾ ਸਰੀਰ ਹੈ, ਪੁਤਲਾ ਨਹੀਂ ਮਾਟੀ ਦਾ ਪੁਤਲਾ, ਉਹ ਹਰ ਕੀ ਪੂਤਰੀ ਹੈ। ਜੋਤ, ਜੋਤ ਨਿਰਾਕਾਰ ਦੀ ਉਹ ਸਰੀਰ ਹੈ, ਨਿਰਾਕਾਰ ਦੀ ਦੇਹੀ ਹੈ। ਉਹ ਕਿਰਨ ਕੀ ਹੈ? ਸੂਰਜ ਤੋਂ ਪੈਦਾ ਨਹੀਂ ਹੋਈ, ਉਹ ਕਿਰਨ ਹੈ, ਜੋਤ ਹੈ। ਉਹ ਤਿਸ ਦੇ ਚਾਨਣ ਸਭ ਮੈਂ ਚਾਨਣ, ਤਿਸ ਕੌਣ ਹੈ? ਹਰ ਹੈ। ਉਹ ਇੱਥੇ ਹੈ ਨਾ, ਸੋ ਹਰੀ ਨੈਣੋ ਕੀ ਪੁੱਤਰੀ। ਫਿਰ ਸੋ ਹਰੀ, ਉਹ ਹਰੀ ਹੈ ਜਿਹੜਾ ਨੈਣੋ ਕੀ ਪੁੱਤਰੀ। ਹਰੀ ਤਾਂ ਜੋਤ, ਹਰੀ ਤਾਂ ਤੱਤ ਹੈ, ਪੈਦਾ ਹੋਈ ਹੈ ਜੋਤ। ਹਰੀ ਤਾਂ ਹੀਰਾ ਹੈ, ਹਰ ਹੀਰਾ। ਹਰ ਸਿਓ ਹੀਰਾ ਛੱਡ ਕੇ ਕਰੇ ਆਣ ਕੀ ਆਸ। ਹਰ ਤਾਂ ਹੀਰਾ, ਉਹ ਹੀਰੇ ਦੀ ਲਾਈਟ ਹੈ। ਹੀਰੇ 'ਚੋਂ ਇੱਕ ਕਿਰਨ ਜਾ ਰਹੀ ਹੈ ਜੋਤ ਨਿਕਲ ਕੇ, ਉਹ ਅੱਖ 'ਚ ਵੀ ਕੰਮ ਉਹੀ ਕਰਦੀ ਹੈ। ਪਹਿਲਾਂ ਤਾਂ ਜਾ ਰਹੀ ਹੈ ਦਿਮਾਗ 'ਚ, ਦਿਮਾਗ ਦੇ ਵਿੱਚ ਸ਼ੀਸ਼ਾ ਲੱਗਿਆ, ਉਹ ਮਾਰਦਾ ਰਿਫਲੈਕਟ ਕਰਕੇ ਅੱਖ 'ਚ। ਜਿਵੇਂ ਸ਼ੀਸ਼ਾ ਹੁੰਦਾ, ਸੂਰਜ ਦੀ ਕਿਰਨ ਆਈ, ਸ਼ੀਸ਼ਾ ਲੱਗੀ, ਸ਼ੀਸ਼ੇ ਨੇ ਮਾਰੀ ਹੋਰ ਚੱਕ ਕੇ ਕਿਤੇ, ਉਹ ਬ੍ਰੇਨ ਮਾਰਦਾ ਅੱਖ 'ਚ ਚੱਕ ਕੇ, ਉਹਨੂੰ ਰਿਫਲੈਕਟ ਕਰਕੇ ਮੋੜ ਕੇ ਕੰਨਾਂ 'ਚ। ਉਹ ਸਾਰੇ ਉਹੀ ਕੰਮ ਕਰਦੀ ਹੈ। ਫਿਰ ਅੱਖ ਤਾਂ ਡਾਕਟਰ ਕਹਿੰਦੇ ਨੇ ਜਾਂ ਕੰਨਾਂ 'ਚ ਨਾ ਕਹਿਣ, ਕੰਨਾਂ 'ਚ ਤਾਂ ਅਸਲ 'ਚ ਉੱਤੋਂ ਹੀ ਸੁਣਦੀ ਹੈ, ਉੱਥੋਂ ਬੈਠ ਕੇ ਸੁਣਨਾ ਤਾਂ ਤ੍ਰਿਕੁਟੀ ਜਾਂਦੀ ਹੈ ਕੰਨਾਂ ਵਾਲੀ ਆਵਾਜ਼। ਤਾਂ ਨਕਸ਼ਾ ਸਾਡਾ ਵੀ ਤ੍ਰਿਕੁਟੀ 'ਚ ਜਾਂਦਾ, ਦਿਮਾਗ 'ਚ ਜਾਂਦਾ। ਅੱਖ ਵਿੱਚ ਆਦਮੀ ਦੀ ਜੋ ਫੋਟੋ, ਜੋ ਵੀ ਚੀਜ਼ ਅਸੀਂ ਦੇਖਦੇ ਹਾਂ, ਅੱਖ ਵਿੱਚ ਉਹਦਾ ਇਮੇਜ ਉਲਟਾ ਬਣਦਾ, ਉਲਟਾ ਹੀ ਬਣਨਾ ਚਾਹੀਦਾ, ਕਿਉਂਕਿ ਅੱਖ ਦਾ ਲੈਂਸ ਹੈ। ਲੇਕਿਨ ਬ੍ਰੇਨ ਇਹਨੂੰ ਸਿੱਧਾ ਕਰਦਾ, ਉਹਨੂੰ ਸਾਇੰਸ ਵਾਲੇ ਕਹਿੰਦੇ ਨੇ। ਬ੍ਰੇਨ ਦੇ ਵਿੱਚ ਜਾ ਕੇ ਜਿਹੜਾ ਬੈਠਾ, ਫਿਰ ਉਹ ਹਰ ਜਿਹੜਾ ਹੈਗਾ ਉਹਨੂੰ ਸਿੱਧਾ ਕਰਕੇ ਦੇਖਦਾ, ਉਹਨੂੰ ਪੁੱਠਾ ਹੀ ਦਿਖਾਉਂਦੀ ਅੱਖ। ਹਾਂਜੀ,
ਹਰ ਹਰ ਕਰਤ ਪੂਤਨਾ ਤਰੀ। ਹਰ ਹਰ ਕਰਤ ਪੂਤਨਾ ਤਰੀ। ਜਿਹੜੀ ਪੂਤਨਾ ਸੀ, ਪੂਤਨਾ ਕਹਿੰਦੇ ਤੇ ਕ੍ਰਿਸ਼ਨ ਦੇ ਉਹ ਭੇਜੀ ਸੀ ਕੰਸ ਨੇ ਇੱਕ ਔਰਤ ਪੂਤਨਾ। ਉਹ ਜਾ ਕੇ ਕ੍ਰਿਸ਼ਨ ਚੱਕ ਲਿਆ, ਉਹਨੇ ਖਿਲਾਉਣ ਅੱਗੇ ਚਲੀਆਂ ਜਾਂ ਔਰਤਾਂ। ਉਹ ਆਪਣੇ ਦੁੱਧ ਨਾਂ ਨੂੰ ਉਹ ਲਾ ਕੇ ਜ਼ਹਿਰ ਵੀ ਇਹਨੂੰ ਮੈਂ ਦੁੱਧ ਪਿਲਾ ਦੂੰਗੀ, ਮਾਰ ਦੂੰਗੀ। ਗੱਲ ਇਹ ਤਾਂ ਇਹਨਾਂ ਨੇ ਬਣਾਈ ਹੋਈ ਹੈ। ਕੋਈ ਪੁੱਠੀ ਮੱਤ ਦੇਣੇ ਵਾਲੀ ਪੂਤਨਾ ਹੈ ਕ੍ਰਿਸ਼ਨ ਨੂੰ। ਕ੍ਰਿਸ਼ਨ ਦਾ ਕੋਈ ਵੀ ਮਨ ਹੈ। ਜਿਹੜੀ ਪੂਤਨਾ ਹੈ ਦੁਰਮਾਤਾ ਪੂਤਨਾ। ਹਰ ਜੀਵ ਕੋਲ ਦੁਰਮਤ ਹੈ। ਸਨਾਤਨੀ ਮਤ ਹੀ ਪੂਤਨਾ। ਸਨਾਤਨੀ ਮਤ ਨੂੰ ਆਪਾਂ ਪੂਤਨਾ ਮੰਨ ਲੈਂਦੇ ਹਾਂ, ਜਾਂ ਜੋਗ ਮਤ ਹੈ ਉਹ ਵੀ ਪੂਤਨਾ ਹੀ ਹੈ। ਗੁਰਮਤ ਨੂੰ ਛੱਡ ਕੇ ਸਭ ਮਤਾਂ ਦਾ ਨਾਮ ਪੂਤਨਾ। ਪੂਤਨਾ ਉਹ ਹੈ ਜਿਹੜੀ ਮਾਟੀ ਕੇ ਪੁਤਲੇ ਨਾਲ ਜੁੜੀ ਹੋਈ ਹੈ, ਉਹਦੇ ਨਾਲ ਜੁੜੀ ਹੋਈ ਹੈ, ਮੂਰਤੀ ਪੂਜਾ ਕਰਦੀ ਹੈ, ਮਾਇਆ ਨਾਲ ਜੁੜੀ ਹੋਈ ਹੈ। ਚੇਰੀ ਕੀ ਪੂਜਾ ਕਰਨੇ ਵਾਲੀ, ਮਾਇਆ ਦੀ ਪੂਜਾ ਕਰਨ ਵਾਲੀ ਪੂਤਨਾ। ਪਰ ਜਦ ਹਰ ਹਰ ਕਰਿਆ ਵੀ ਹਰ ਹਿਰਦੇ ਚ ਹੈ, ਹਰ ਦੀ ਗੱਲੇ ਚਲਦੀ ਰਹੀ। ਪੂਤਨਾ ਤਰੀ ਹਰ ਦੀ ਜੋਤ ਹੈ, ਹਰ ਹੀਰਾ ਹੈ, ਉਹ ਜੋ ਜੋਤ ਨਿਕਲਦੀ ਹੈ। ਜਦ ਇੱਕ ਸਾਖੀ ਚਲਦੀ ਰਹੀ, ਉਹ ਵੀ ਤਰ ਗਈ। ਉਹਨੇ ਕਿਹਾ ਵੀ ਠੀਕ ਹੈ, ਤਾਂ ਸਰੀਰ ਅੱਡ ਹੈ, ਹਰ ਅੱਡ ਹੈ। ਉਹ ਵੀ ਤਰ ਗਈ, ਉਹਨੂੰ ਸਮਝ ਆ ਗਈ। ਉਹ ਜਿੱਥੇ ਫਸਿਆ ਸੀ ਉੱਥੋਂ ਨਿਕਲ ਗਈ। ਉਹ ਮਾਰੀ ਦਿਖਾਉਂਦੇ ਤਰੀ ਗਿਆ। ਹਰ ਹਰ ਕਰਤ ਪੂਤਨਾ ਤਰੀ। ਉਹਦਾ ਤਰੂਗੀ ਮਾਰੀ ਕਾਹਨੂੰ ਹੈ, ਮਰਨਾ ਹੀ ਤਰਨਾ ਹੈ। ਇਹਨਾਂ ਨੂੰ ਕੀ ਪਤਾ ਹੈ। ਤਾਂ ਹੀ ਤਾਂ ਸੋਧੇ ਸਿਮਰਤ ਸ਼ਾਸਤਰ ਮਰਨ ਨਾਲ ਤਾਂ ਸੋਧੇ ਨੇ। ਮਾਰੀ ਹੋਈ ਹੈ ਉਹ ਮੱਤ ਮਾਰਤੀ ਜਿਹੜੀ ਸੀ, ਮਾਰੀ ਹੋਈ ਉਹ ਤਰੂਗੀ। ਐਵੇਂ ਉਹਦੇ ਨਾਲ ਕੰਸ ਨਾਲ ਕੰਸ ਕਰਤਾਰਥ ਕੀਓ। ਕੰਸ ਕਰਤਾਰਥ ਕੀਓ, ਮਾਰਨਾ ਹੀ ਤਾਰਨਾ। ਹਾਂ। ਬਾਲ ਘਾਤਨੀ ਕਪਟੈ ਭਰੀ। ਬਾਲ ਘਾਤਨੀ ਕਪਟੈ ਭਰੀ। ਇਹ ਬਾਲ ਘਾਤਨੀ ਆ, ਜੰਮਦੇ ਬੱਚਿਆਂ ਨੂੰ ਜ਼ਹਿਰ ਦੇ ਦਿੰਦੀ ਆ, ਮਾਇਆ ਦਾ ਪਾਠ ਪੜ੍ਹਾ ਦਿੰਦੀ ਆ ਦੁਰਮਤ। ਜਿਹੜੀ ਦੁਰਮਤ ਆ ਮਨਮਤ ਹੈ, ਜੰਮਦੇ ਬੱਚਿਆਂ ਨੂੰ ਜ਼ਹਿਰ ਖਿਲਾ ਦਿੰਦੀ ਆ ਮਾਇਆ ਦੀ। ਮਾਇਆ ਦੇ ਕਸ, ਮਾਇਆ ਦੇ ਰਸ ਕਸਾ ਚੜ੍ਹਾ ਦਿੰਦੀ ਆ। ਇਹ ਜੰਮਦੇ ਨੂੰ ਹੈ। ਇਹ ਬਾਲ ਘਾਤ ਨਹੀਂ ਹੈ। ਕਪਟੇ ਭਰੀਏ ਚ ਕਪਟੇ ਕਪਟ ਨੇ, ਕਪਟਾਂ ਦੀ ਭਰੀ ਹੋਈ ਹੈ। ਕੁਛ ਵੀ ਨਹੀਂ ਇਹਦੇ 'ਚ ਸਵਾਏ ਕਪਟਾਂ ਦੇ ਮੱਤ ਵਿੱਚ। ਤੇ ਦੂਈ ਮੱਤ ਵਿੱਚ ਕੀ ਹੈ? ਰਤਨ ਜਵਾਹਰ ਮਾਣਕ। ਚਾਹੀਦੇ ਤੇ ਰਤਨ ਜਵਾਹਰ ਮਾਣਕ, ਹੈਗੇ ਕਪਟ। ਬਾਲ ਘਾਤਣੀ ਕਪਟੈ ਭਰੀ। ਸਿਮਰਨ ਦ੍ਰੋਪਦ ਸੁਤ ਉਦਰੀ। ਸਿਮਰਨ ਕਰਕੇ ਦ੍ਰੋਪਦ ਸੁਤ ਉਦਰੀ। ਦੁਰੋਪਦ ਜਿਹੜਾ ਪਦ ਹੈ ਨਾ, ਇੱਕ ਤਾਂ ਨਿਰਵਾਣ ਪਦ ਹੈ, ਇੱਕ ਦੁਰੋਪਦ ਹੈ। ਉਹ ਵੀ ਪਦਵੀ ਹੈ। ਉਹਦਾ ਸਾਖਤ ਹੈ ਨਾ, ਉਹਦੇ ਕੋਲ ਪਦਵੀ ਕਾਹਦੀ ਹੈ ਕਿ ਦੂਰੀ ਬਣਾ ਕੇ ਰੱਖਣੀ, ਨੇੜੇ ਨਹੀਂ ਜਾਣ ਦੇਣਾ ਸੱਚ ਦੇ। ਦ੍ਰੋਪਦ ਦੁਰੋਪਦ ਹੈ। ਸੁਤ ਉਦਰੀ। ਦ੍ਰੋਪਤੀ ਨਹੀਂ ਲਫ਼ਜ਼ ਹੈਗਾ, ਦ੍ਰੋਪਦ ਹੈ। ਦੁਰੋਪਦ ਭੈੜਾ ਭੈੜਾ ਪਦ। ਸੁਤ ਸਾਕਤ ਇੱਕ ਸੰਤ ਹੈ, ਇੱਕ ਸਾਕਤ ਹੈ। ਸਾਕਤ ਦੁਰੋਪਦ ਹੈ। ਸਾਕਤ ਵੀ ਬੈਠਾ ਹੈ ਪੂਰਾ, ਸਾਕਤ ਮਗਰ ਵੀ ਬਹੁਤ ਜ਼ਿਆਦਾ ਦੁਨੀਆ, ਸੰਤਾਂ ਨੂੰ ਜ਼ਿਆਦਾ ਦੁਨੀਆ ਸਾਕਤਾਂ ਮਗਰ ਹੈ। ਪਦਵੀ ਮਿਲੀ ਹੋਈ ਆ, ਉਹ ਪੀਠਾਂ 'ਚ ਨਹੀਂ ਬੈਠੇ, ਪਦਵੀ ਨਹੀਂ ਆ ਉਹ। ਕਹਾਂ ਉਹਨਾਂ ਨੂੰ ਗੱਦੀਆਂ ਨਹੀਂ ਮਿਲਦੀਆਂ, ਪਦਵੀ ਨਹੀਂ ਹੈ। ਦੁਰੋਪਦ ਹੈ ਉਹ। ਸਿਮਰਨ ਦ੍ਰੋਪਦ ਸੁਤ ਉਦਰੀ। ਜੇ ਸਿਮਰਨ ਕਰ ਲੈਣ, ਜਿਨ੍ਹਾਂ ਵੀ ਸਿਮਰਨ ਕਰ ਲਿਆ, ਜਿਨ੍ਹਾਂ ਨੂੰ ਵੀ ਚੇਤਾ ਆ ਗਿਆ, ਜਿਹੜੇ ਵੀ ਜਾਗਿਆ ਏ, ਉਹ ਸਾਰਿਆਂ ਦਾ ਉਧਾਰ ਹੋ ਗਿਆ। ਕੌਡਾ ਰਾਖਸ਼ ਜਾਗਿਆ ਆ, ਉਧਾਰ ਹੋ ਗਿਆ। ਬਲੀ ਗੰਧਾਰੀ ਜਾਗਿਆ ਆ, ਉਧਾਰ ਹੋ ਗਿਆ। ਗੁਰੂ ਅੰਗਦ ਦੇਵ ਦਾ ਜਾਗਣ 'ਚ ਉਧਾਰ ਹੋਇਆ, ਗੁਰੂ ਅਮਰਦਾਸ ਦਾ ਜਾਗਣ 'ਚ ਉਧਾਰ ਹੋਇਆ।
ਕਬੀਰ ਦਾ ਖੁਦ ਜਾਗਣ 'ਚ ਆਧਾਰ ਹੋਇਆ। ਸਾਰੇ ਭਗਤ ਜਾਗਣ 'ਚ ਆਧਾਰ ਹੋਇਆ ਸਾਰਿਆਂ ਦਾ। ਪਹਿਲਾਂ ਸਾਰੇ ਦ੍ਰੋਪਦੇ ਨੇ, ਦ੍ਰੋਪਦਿਆਂ ਦੇ ਚੇਲੇ ਨੇ ਸਾਰੇ। ਜਿਹੜਾ ਜਾਗੂਗਾ ਉਹਦਾ ਹੀ ਆਧਾਰ ਹੈ, ਨਹੀਂ ਤਾਂ ਸਾਰੇ ਹੀ ਦ੍ਰੋਪਦ ਦੇ ਵਿੱਚ ਨੇ। ਮਹਾਭਾਰਤ ਦ੍ਰੋਪਦ ਪਾਤਰ ਵੀ ਹੈ ਕਿ ਦ੍ਰੋਪਦ? ਦ੍ਰੋਪਦੀ ਹੈ। ਦ੍ਰੋਪਦੀ ਦੇ ਬਾਪ ਦਾ ਨਾਮ ਹੈ। ਉਹੀ ਹੈ। ਦ੍ਰੁਪਤ ਰਾਜਾ, ਉੱਥੇ ਦ੍ਰੁਪਤ ਕਹਿੰਦੇ ਨੇ ਉਹਨੂੰ। ਦ੍ਰੋਪਦੀ ਉਹਦੀ ਲੜਕੀ ਦਾ ਨਾਮ। ਗੌਤਮ ਸਤੀ ਸਿਲਾ ਨਿਸਤਰੀ। ਗੌਤਮ ਸਤੀ ਸਿਲਾ ਨਿਸਤਰੀ। ਗੌਤਮ ਕੀ ਹੈ? ਉਹ ਜਿਹੜੇ ਗਊ ਸੀ ਨਾ, ਗਊ ਕਿਹਨੂੰ ਕਹਿੰਦੇ ਨੇ? ਤੁਸੀਂ ਕਨ ਫਰਮਾਈ ਗਾਏ। ਜਿਹੜੀ ਮੱਤ ਸੀ, ਜਿਹੜੀ ਗਊ ਸੀ, ਤਮਾ ਸੀ ਜਿਹਨੂੰ ਤਮਾ ਆ ਮਾਇਆ ਦੀ, ਤਾਂ ਸਿਮਰਨ ਦੀ ਇੱਛਾ, ਨਾਮ ਦੀ ਇੱਛਾ ਨਹੀਂ ਸੀ, ਭੁੱਖ ਮਾਇਆ ਦੀ ਭੁੱਖ ਸੀ। ਮਾਇਆ ਦੀ ਤਮਾ ਸੀ ਜਿਹਨੂੰ ਲੱਗੀ ਹੋਈ, ਉਹ ਗੌਤਮ ਸੀ। ਉਹ ਗਊ ਤਮਾ ਰੂਪ, ਤਮਾ ਵਾਲੀ ਗਊ ਸੀ ਜਿਹਨੂੰ ਤਮਾ ਸੀ ਮਾਇਆ ਦੀ। ਮਾਇਆ ਹੀ ਇਕੱਠੀ ਕਰਦੀ ਸੀ, ਮਾਇਆ ਹੀ ਇਕੱਠੀ ਕਰਦੀ ਸੀ, ਮਾਇਆ ਹੀ ਇਕੱਠੀ ਕਰਦੀ ਸੀ। ਉਹ ਗੋਤਮ ਹੈ। ਗੌਤਮ ਸਤੀ ਇਸਤਰੀਲਿੰਗ ਹੈ। ਗੌਤਮ ਰਿਸ਼ੀ ਨਹੀਂ ਹੈ, ਸਤੀ ਹੈ। ਗੌਤਮ ਦੇ ਘਰ ਵਾਲੀ ਦੀ ਗੱਲ ਉੱਥੇ ਜੋੜੀ ਹੈ ਉਹਨਾਂ ਨੇ। ਗੌਤਮ ਦੀ ਬੁੱਧ ਹੈ ਇਹ ਰਿਸ਼ੀ ਦੀ। ਗੌਤਮ ਦੀ ਵਿਚਾਰਧਾਰਾ ਹੈ ਰਿਸ਼ੀ ਦੀ। ਸਿਲਾ ਨਿਸਤਰੀ। ਸਤੀ ਕਹਿੰਦੇ ਸੀ। ਸਤੀ ਸਤਵਾਦੀ ਸੀ ਉਹ ਤਾਂ। ਵੈਸੇ ਤਾਂ ਸਤਵਾਦੀ ਸੀ, ਫਸਿਆ ਹੋਇਆ ਸੀ। ਕਬੀਰ ਵੀ ਗੌਤਮ ਉਹੀ ਹੈ। ਕਬੀਰ ਵੀ ਫਸਿਆ ਹੋਇਆ ਹੈ, ਚਾਹੁੰਦਾ ਤਾਂ ਸੱਚ ਨੂੰ ਹੈ। ਗੌਤਮ ਸਤੀ, ਸਤੀਓ ਹੁੰਦੀ ਹੈ। ਤਮਾ ਹੋ ਗਈ ਸਤੀ ਨੂੰ। ਪਈ ਮੱਤ ਤਾਂ ਜਿਹੜੀ ਜੀਵਾਤਮਾ ਤਾਂ ਸਤੀ ਹੋਈ ਹੈ। ਹਾਂ, ਸਿਲਾ ਨਿਸਤਰੀ। ਸਿਲਾ ਜਿਹੜੀ ਪੱਥਰ ਪੂਜ ਸੀ ਨਾ, ਪੱਥਰ ਪੂਜ, ਉਹ ਸਿਲਾ ਸੀ। ਪੱਥਰ 'ਚ ਫਸੀ ਹੋਈ ਸੀ ਮੂਰਤੀ ਪੂਜਾ। ਉਹ ਨਿਸਤਰੀ ਉਹਦੀ ਉਹ ਗਿਆਨਤਾ ਜੋ ਬਾਹਰ ਨਿਕਲ ਗਈ। ਪੱਥਰ ਪੂਜਣ ਵਾਲੀ ਜਿਹੜੀ ਅਗਿਆਨਤਾ 'ਚ ਭਰੀ ਹੋਈ ਸੀ, ਉਹ ਤੋਂ ਬਾਹਰ ਨਿਕਲ ਗਈ ਵੀ ਪੱਥਰ 'ਚ ਨਹੀਂ ਕੁਛ ਹੁੰਦਾ। ਕੇਸੀ ਕੰਸ ਮੰਥਨ ਜਿਨ ਕੀਆ। ਉਸ ਵੇਲੇ ਕੋਈ ਨਹੀਂ ਸੀ, ਅੱਜ ਦੀ ਗੱਲ ਹੈ ਇਹ। ਅੱਜ ਗੌਤਮ ਸਤੀ ਜਿਹੜੀ ਹੈ, ਜਿਹੜੇ ਮਾਇਆ ਧਾਰੀ ਨੇ, ਉਹ ਗੌਤਮ ਸਤੀ ਹੈ। ਉਹਨਾਂ ਦੀ ਬੁੱਧ, ਉਹਨਾਂ ਦੀ ਮੱਤ, ਜਿਹੜੇ ਅੱਜ ਪ੍ਰਚਾਰ ਹੋ ਰਿਹਾ ਗੁਰਦੁਆਰੇ 'ਚ, ਉਹ ਗੌਤਮ, ਉਹਨਾਂ ਦੇ ਉੱਤੇ ਹੀ ਟੁਕਦੀ ਹੈ ਸਾਰੀਆਂ ਹੀ ਗੱਲਾਂ। ਇਹ ਉਹ ਵੀ ਤਾਂ ਮਾਇਆ ਦਾ ਹੀ ਪ੍ਰਚਾਰ ਕਰਦੇ ਨੇ। ਸਿਲਾ, ਜੇ ਪੱਥਰ ਨਹੀਂ ਪੂਜਦੇ ਤਾਂ ਪੱਥਰ ਲਾਉਂਦੇ ਤਾਂ ਹੈਗੇ ਨੇ ਨਾ। ਉਦੋਂ ਪੱਥਰ ਪੂਜਦੇ ਤੇ ਜਦ ਇਹ ਲਿਖੀ ਹੋਈ ਹੈ। ਅੱਜ ਪੱਥਰ ਦੀ ਜਗ੍ਹਾ ਹੋਰ ਕੁਝ ਮੇਰੀ ਪੂਜਣ ਲੱਗ ਗਿਆ, ਹੋਰ ਕੁਝ ਜਾਂ ਗ੍ਰੰਥ ਦੀ ਪੂਜਾ ਕਰਨ ਲੱਗ ਗਏ। ਉਹ ਪੀੜੇ ਦੀਆਂ ਲੱਤਾਂ ਪਾਵੇ ਘੁੱਟਣ ਲੱਗ ਗਏ। ਉਹ ਕੀ ਹੈ? ਉਹ ਕਿਹਨੇ ਤੋਰਿਆ? ਪੀੜੇ ਦੇ ਪਾਵੇ ਘੁੱਟਣਾ ਕਿਹਨੇ ਤੋਰਿਆ? ਜਿਨ੍ਹਾਂ ਨੇ ਤੋਰਿਆ, ਜਾਣ ਕੇ ਤੋਰਿਆ। ਪਿੱਛੋਂ ਲਿਖਣ ਲੱਗ ਜਾਣਾ ਸੀ। ਇਹ ਸ਼ਰਾਰਤੀ ਨੇ ਸਾਰੇ। ਪਹਿਲਾਂ ਕੋਈ ਭੈੜਾ ਕੰਮ ਸ਼ੁਰੂ ਕਰ ਦਿੰਦੇ ਨੇ, ਫਿਰ ਆਪ ਹਟ ਜਾਂਦੇ ਨੇ, ਲੋਕਾਂ ਨੂੰ ਲਾ ਦਿੰਦੇ ਨੇ, ਫਿਰ ਉਹਦੇ ਚਰਚਾ ਕਰਨਾ ਸਿੱਖਾਂ ਕਰਦੇ ਨੇ। ਇਹੀ ਕੁਝ ਕਰਦੇ ਰਹੇ ਨੇ ਅੱਜ ਤੱਕ। ਇਹ ਪੋਜ਼ੀਟਿਵ ਕੁਝ ਨਹੀਂ ਕੀਤਾ, ਸਾਰੇ ਨੈਗੇਟਿਵ ਇਹਨਾਂ ਦੇ ਸ਼ੁਰੂ ਕੀਤੇ ਹੋਏ ਨੇ। ਮੂਰਖਾਂ ਨੂੰ ਮਗਰ ਲਾ ਕੇ ਆਪ ਹਟ ਜਾਂਦੇ ਨੇ, ਫਿਰ ਤਵੇ ਲਾਉਂਦੇ ਨੇ ਉਹਨਾਂ 'ਤੇ। ਬਹੁਤ ਸ਼ਾਤਰ ਆਦਮੀ ਨੇ ਇਹ। ਪਾਵੇ ਕੌਣ ਘੁੱਟਣ ਲੱਗਿਆ ਸੀ? ਜਿਹੜੇ ਲੀਡ ਕਰਦੇ ਨੇ। ਇਹ ਸੀ ਕਿਹਨੇ ਸ਼ੁਰੂ ਕੀਤਾ? ਜਿਹੜੇ ਲੀਡ ਕਰਦੇ ਨੇ, ਜਿਹੜੇ 10 ਗ੍ਰੰਥ ਦਾ ਵਿਰੋਧ ਕਰਦੇ ਨੇ। 12 ਕੌਣ ਪ੍ਰਚਾਰਦਾ? ਜਿਹਨੇ 10 ਗ੍ਰੰਥ ਦਾ ਵਿਰੋਧ ਕਰਦੇ ਨੇ। ਕਿੱਥੋਂ ਆਈਆਂ ਸੀ, ਕਿਵੇਂ ਆਈਆਂ ਨੇ? ਸਭ ਇੱਕ ਇੱਕ ਚੀਜ਼ ਜ਼ਾਹਰ ਹੈ, ਸਬੂਤ ਸਹਿਤ ਹੈ। 300 ਸਾਲ ਦਾ ਰਿਕਾਰਡ ਹੈ ਸਾਡੇ ਕੋਲ। ਫਿਰ ਜਿਨ੍ਹਾਂ ਨੇ ਜੋ ਜੋ ਕੁਛ ਕੀਤਾ ਪਿੱਛੇ, ਉਹਨਾਂ ਦਾ ਉਹ ਕੌਣ ਸੀ, ਕਿੱਥੇ ਸੀ, ਉਹਨਾਂ ਦਾ ਸਾਰਾ ਕੁਰਸੀਨਾਮੇ ਨਾਲ ਉੱਥੇ ਜੁੜ ਜਾਣਾ ਜਾ ਕੇ। ਸਾਰਾ ਕੁਰਸੀਨਾਮਾ, ਕਿਹੜੇ ਖਾਨਦਾਨ ਸੀ ਉਹ, ਕਿਹੜੇ ਇਲਾਕੇ 'ਚ ਰਹਿੰਦੇ ਸੀ,
ਸਭ ਕੁਰਸੀਨਾਮੇ ਜੁੜ ਜਾਣੇ ਨੇ ਜਾ ਕੇ। ਇਹਨਾਂ ਨੂੰ ਸੀ ਵੀ ਇਹ ਕਿਸੇ ਨੇ ਇਹ ਪਾਸਾ ਜਾਣਾ ਨਹੀਂ, ਜਾਣਾ ਪਿਆ ਜਦ ਇਹਨਾਂ ਨੇ ਕਿਹਾ ਵੀ ਨਸ਼ਟੇ ਕਰ ਦੇਣੀ ਹੈ ਗੁਰਮਤਿ। ਇਹ ਵੀ ਸ਼ੰਕਾ ਕਰੀ ਵੀ ਕਿਹੜੀਆਂ ਬਾਣੀਆਂ ਪੜੀਆਂ ਜਾਂ ਅਮਰ ਤਿਆਰ ਕੀਤਾ, ਆ ਨਹੀਂ ਪੜੀ ਉਹ ਨਹੀਂ, ਇਹਦਾ ਮਤਲਬ ਨਸ਼ਟ ਕਰਨਾ ਚਾਹੁੰਦੇ ਸੀ ਨਾ ਇਹ ਸਭ ਕੁਛ। ਪੋਜ਼ੀਟਿਵ ਕੀ ਸੀ? ਇੱਕ ਗੱਲ ਪੋਜ਼ੀਟਿਵ ਦਾ ਦੱਸਣਾ, ਤੁਹਾਡੀ ਪੋਜ਼ੀਟਿਵ ਠੀਕ ਹੀ। ਪੋਜ਼ੀਟਿਵ ਕਿਹੜੀ ਗੱਲ ਸੀ ਤੁਹਾਡੀ ਹੱਕ 'ਚ? ਹੁਣ ਦੇਖਦੇ ਨੇ ਆਲਾ ਦੁਆਲਾ ਇਹ ਕੀ ਹੋ ਗਿਆ। ਅਜੇ ਤਾਂ ਅੱਗੇ ਦੇਖੋ ਕੀ ਹੋਊਗਾ, ਅੱਗੇ ਕੀ ਹੋਣ ਵਾਲਾ ਹੈ। ਹਾਂਜੀ, ਕੇਸੀ ਕੰਸ ਮੰਥਨ ਜਿਨ ਕੀਆ, ਕੇਸੀ ਕੰਸ ਮੰਥਨ ਜਿਨ ਕੀਆ। ਕੇਸੀ ਕੰਸ ਹੈ ਜਿਹੜਾ, ਕੰਸ ਹਰੀ ਕੰਸੇ ਹੈ, ਇਹਦੇ ਉਹ ਸੁਰਤ ਇਹਦੇ ਚੋਂ ਨਿਕਲਦੀ ਹੈ, ਉਹ ਜੋਤ ਅੱਖ 'ਚ ਜਿਹੜੀ ਜਾਂਦੀ ਹੈ, ਉਹ ਜਿਹੜੀ ਜੋਤ ਨਿਕਲਦੀ ਉਹੀ ਕੇਸ ਨੇ ਜਿਹੜੀ ਇਹ 'ਚੋਂ ਜੋਤ ਨਿਕਲਦੀ ਹੈ ਉੱਤੇ ਨੂੰ, ਪੂਤਰੀ ਹੈ ਜਿਹੜੀ। ਕੇਸੀ ਕੰਸ ਮੰਥਨ ਜਿਨ ਕੀਆ, ਇਹਨੂੰ ਜਿਹਨੇ ਇਹਦਾ ਖੋਜ ਲਿਆ, ਮੰਥਨ ਕਰ ਲਿਆ। ਕੇਸੀ ਕੰਸ ਮੰਥਨ ਜਿਨ ਕੀਆ, ਹਿਰਦੇ 'ਚ ਹਰ ਹੈ ਜਿਹਨੇ ਖੋਜ ਲਿਆ। ਕੱਟ ਦੇ ਵਿੱਚ ਰਾਮ ਹੈ ਜਿਹਨੇ ਖੋਜ ਲਿਆ। ਕਾਢੀ ਖੋਜੋ ਭਾਈ, ਜਿਹਨੇ ਹਿਰਦੇ 'ਚ ਮੰਥਨ ਕਰ ਲਿਆ, ਖੋਜ ਲਿਆ, ਰਿੜਕ ਲਿਆ। ਮੰਥਨ ਕਰਨਾ ਹੁੰਦਾ ਰਿੜਕ ਲੈਣਾ। ਜੀ ਦਾਨ ਕਾਲੀ ਕੋ ਦਿਆ, ਜ਼ਿਆਦਾ ਸਰੀਰ ਸਣੇ ਆਤਮਾ ਰਿੜਕਿਆ ਤੇ ਆਤਮਾ ਅੱਡ ਹੋ ਗਈ, ਸਰੀਰ ਅੱਡ ਹੋ ਗਿਆ। ਜਿਵੇਂ ਜਾਂ ਦੁੱਧ ਰਿੜਕਦੇ ਆ ਘਿਓ ਅੱਡ ਹੋ ਜਾ, ਮੱਖਣ ਅੱਡ ਹੋ ਜਾਂਦਾ, ਲੱਸੀ ਅੱਡ ਹੋ ਜਾਂਦੀ ਹੈ। ਸਰੀਰ ਤਾਂ ਲੱਸੀ ਹੋਈ ਹੈ ਨਾ। ਉੱਤੇ ਕੀ ਆ ਗਿਆ? ਉੱਤੇ ਆਤਮਾ ਆ ਗਈ। ਆਤਮਾ ਉੱਪਰ ਆ ਗਈ, ਮਾਇਆ ਥੱਲੇ ਰਹਿ ਗਈ। ਆਤਮਾ ਉੱਪਰ ਤਰ ਆਈ। ਜਦ ਮੰਥਨ ਕੀਤਾ, ਕੰਸ ਹਿਰਦੇ ਵਿੱਚ ਜਿਹੜਾ ਹਰ ਹੈ, ਕੰਸ ਹੈ, ਕਰਤਾਰ ਤੋਂ ਉਹਦਾ ਹੀ ਹੋਣਾ ਕੰਸ ਦਾ। ਇਹਨਾਂ ਦਾ ਕੰਸ ਹੋਊਗਾ ਨੈਗੇਟਿਵ। ਇੰਨਾ ਕਿ ਨੈਗੇਟਿਵ ਹੈ ਸਾਡਾ, ਹਾਲੇ ਮਾਇਆ 'ਚ ਫਸਿਆ ਹੋਇਆ ਕੰਸ। ਕੇਸੀ ਕੰਸ ਮੰਥਨ ਜਿਨ ਕੀਆ, ਕੇਸੀ ਕੰਸ ਮੰਥਨ ਜਿਨ ਕੀਆ। ਜਿਹੜਾ ਹਰ ਹੈ ਨਾ, ਇਹ ਮਾਇਆ, ਇਹ ਦੇਹਧਾਰੀ ਤਾਂ ਹੀ ਬਣਾਇਆ ਹੋਇਆ ਇਹਨਾਂ ਨੇ, ਵੀ ਠੀਕ ਬਣਾਇਆ ਇਹਨਾਂ ਨੇ ਮੂਰਤੀ। ਇਹ ਹੁੰਦਾ ਹੀ ਦੇਹਧਾਰੀ ਹੈ ਹਰ, ਤਾਂ ਹੀ ਤਾਂ ਹਿਰਦੇ 'ਚ ਹੈ। ਹੋਰ ਹਿਰਦੇ 'ਚ ਕੀ ਕਰਦਾ ਉੱਥੇ? ਪਾਰ ਬ੍ਰਹਮ, ਪੂਰਨ ਬ੍ਰਹਮ ਨਹੀਂ ਹੈ ਇਹ। ਪੂਰਨ ਬ੍ਰਹਮ ਇਹ ਤੋਂ ਉੱਤੇ ਹੈ, ਹਰ ਤੋਂ, ਹਰੀ ਤੋਂ। ਹਾਂਜੀ, ਕੈਸੀ ਕੰਸ ਮੰਥਨ ਜਿਨ ਕੀਆ, ਜੀ दान काली को दिया। जी दान काली को दिया, जिन्होंने अंतरात्मा खोज ली। जी दान काली को दिया, कैसी कंसा अंतरात्मा, जिन्होंने अपना मूल खोज लिया, अपना मूल पछाण लिया, अपना मूल लभ लिया, मंथन कर लिया, गुरबाणी विचार ली। जी दान काली को दिया, उन्होंने जी काली है ना, ਜਿਹੜੀ ਬੁੱਧੀ ਕਾਲੀ ਸੀ, ਆਪਣੀ ਸੁਰਤ ਕਾਲੀ ਕੋਇਲ, ਸੁਰਤ ਕਾਲੀ ਕੋਇਲ ਸੀ, ਤੂੰ ਕਿਤਵਿਤ ਕਾਲੀ। ਇਹ ਫਿਰ ਸੁਰਤੇ ਮਰਦੀ ਹੈ, ਮਰਦਾ ਹੋਰ ਕੁਛ ਨਹੀਂ। ਇਹ ਸੁਰਤ ਨੂੰ ਅਮਰ ਕਰ ਲਿਆ, ਜੀ ਦਾਨ ਦੇਤਾ, ਹਮੇਸ਼ਾ ਵਾਸਤੇ ਜਿੰਦੀ ਰਹੂਗੀ ਸੁਰਤ, ਹੁਣ ਮਰਦੀ ਨਹੀਂ ਉਹਨਾਂ ਦੀ। ਹਾਲੇ ਕਾਲੀ ਆ ਸੁਰਤ, ਹੈ ਕਾਲੀ। ਉਹ ਸੁਰਤੇ ਕਾਲ ਸੁਰਤ ਨੇ ਕਾਲ ਵਸ ਕੀਤਾ। ਸੁਰਤੇ ਮਾਇਆ 'ਚ ਜਾਂਦੀ ਹੈ, ਮਾਇਆ ਜਾਂਦੀ ਹੈ ਤਾਂ ਮਰਦੀ ਹੈ। ਮਰਨ ਦਾ ਕਾਰਨ ਹੈ ਸੁਰਤ। ਉੱਥੇ ਗਣਕਾ ਤਰੀ ਕਹਿਤਾ, ਇੱਥੇ ਕਾਲੀ ਕਹਿਤਾ। ਹਾਂ, ਕਾਲੀ ਕਹਿਤਾ। ਜੀ ਦਾਨ ਦੇਤਾ, ਜੀ ਦਾਨ ਕਾਲੀ ਕੋ ਦਿਆ, ਜੀਵਨ ਦਾਨ ਦੇਤਾ ਕਾਲੀ ਨੂੰ। ਹੁਣ ਤੂੰ ਮਰੇਗੀ ਨਹੀਂ, ਸੁਰਤ ਨਹੀਂ ਮਰਦੀ। ਮਰਦਾ ਕੌਣ ਸੀ? ਬੁਰੀ ਸੁਰਤ ਬਾਦ ਹੰਕਾਰ। ਹੁਣ ਸੁਰਤ ਨਹੀਂ ਮਰਦੀ। ਕਿਵੇਂ ਨਹੀਂ ਮਰਨੀ? ਕਦ ਮਰਦੀ ਹੈ ਸੁਰਤ? ਸੁਰਤ ਉਂਗ ਨਾ ਮਰਦੀ ਹੈ, ਨੀਂਦ ਆ ਜਾਂਦੀ ਹੈ ਇਹਨੂੰ। ਨੀਂਦ ਕਿਉਂ ਆਉਂਦੀ ਹੈ? ਭੁੱਖ ਲੱਗਦੀ ਹੈ ਇਹਨੂੰ ਮਾਇਆ ਦੀ। ਜੇ ਮਾਇਆ ਦੀ ਭੁੱਖ ਲੱਗੂਗੀ, ਜਿੰਨਾ ਚਿਰ 'ਚ ਮਾਇਆ ਦੀ ਭੁੱਖ ਆ, ਉਹਨਾਂ ਚਿਰ ਇਹਨੂੰ ਨੀਂਦ ਆ, ਉਹਨਾਂ ਚਿਰ ਦੀ ਮੌਤ ਹੈ। ਜਦੋਂ ਮਾਇਆ ਦੀ ਭੁੱਖ ਤਿਆਗਤੀ ਇਹਨੇ, ਸੁਰਤ ਨੇ, ਉਹ ਦਿਨ ਇਹਨੂੰ ਜੀਵਨ ਦਾਨ ਮਿਲ ਜਾਣਾ।
ਤਿੱਥੇ ਊਂਘ ਨਾ ਭੁੱਖ ਹੈ, ਤਿੱਥੇ ਊਂਘ ਨਾ ਭੁੱਖ ਹੈ। ਮੈਂ ਭੁੱਖ ਨਾਲ ਊਂਘ ਜੁੜੀ ਹੋਈ ਹੈ। ਜੇ ਮਾਇਆ ਦੀ ਭੁੱਖ ਹੈ ਤਾਂ ਊਂਘ ਹੈ, ਜਦ ਊਂਘ ਹੈ ਤਾਂ ਮੌਤ ਹੈ। ਡਰਾਈਵਰ ਨੂੰ ਊਂਘ ਆਈ ਔਰ ਐਕਸੀਡੈਂਟ ਹੋਇਆ, ਮਰਿਆ। ਆਪ ਮਰੂ, ਹੋਰ ਨੂੰ ਵੀ ਮਾਰੂ। ਇਹ ਕਲਪਨਾ ਹੀ ਜਿਹੜੀ ਹੈਗੀ ਹੈ, ਇਹੀ ਕਾਲ ਹੈ। ਭੁੱਖ ਤੋਂ ਪੈਦਾ ਹੋਈ ਕਲਪਨਾ, ਇੱਛਾ। ਇੱਛਾ ਜੀ ਦੀ ਇੱਛਾ ਜਿਹੜੀ ਹੈ, ਜਿਹਨੇ ਇੱਛਾ ਤਿਆਗਤੀ ਮਾਇਆ ਦੀ, ਉਹ ਜਿਹੜੀ ਸੁਰਤ ਅਮਰ ਹੋ ਗਈ। ਫਿਰ ਉਹ ਸੁਰਤ ਅਮਰ ਹੋ ਗਈ, ਉਹ ਆਤਮਾ ਅਮਰ ਹੋ ਗਈ। ਜਿਹੜੀ ਆਤਮਾ ਦਾ ਧਿਆਨ ਮਾਇਆ ਚ ਹਰ ਵਕਤ ਮਾਇਆ ਦੀ, ਜਿਹਦੇ ਅੰਦਰ ਭੁੱਖ ਹੈ, ਉਹ ਜੰਮਣ ਮਰਨ ਬਣਿਆ ਰਹੂਗਾ। ਉਹਨੂੰ ਊਂਘ ਆਉਣੀ ਹੈ। ਆਵੇਗੀ ਨੀਂਦ, ਨੀਂਦ ਆਊਗੀ, ਸੋ ਲਿਓ ਕਹਿੰਦਾ ਰੱਜ ਕੇ। ਫਿਰ ਕਬੀਰ ਕਹਿੰਦਾ ਕਹਾਂ ਲੱਗ ਸੋ, ਸੌਂ ਲਈ ਜਿੰਨਾ ਚਿਰ ਸੌਣਾ ਹੈ ਤਾਂ ਨੀਂਦ ਆ ਜੂਗੀ ਤੈਨੂੰ ਵੀ। ਜਦ ਨੀਂਦ ਆ ਜੂਗੀ ਨਾ, ਫਿਰ ਸੌਂ ਲਈ ਜਿੰਨਾ ਚਿਰ ਮਰਜੀ ਸੌਣਾ। ਸੌਣਾ ਹੀ ਮੌਤ ਹੈ। ਜਦੋਂ ਨੀਂਦ ਨਹੀਂ ਆਉਂਦੀ ਜਾਗਰਤ ਅਵਸਥਾ, ਫਿਰ ਮੌਤ ਨਹੀਂ। ਗੁਰਮੁਖ ਜਾਗਾ ਨੀਂਦ ਨਾ ਸੋਵੇ। ਗੁਰਮੁਖਾਂ ਨੂੰ ਨੀਂਦ ਹੁੰਦੀ ਹੋਈ ਨਹੀਂ। ਜਿਹੜੇ ਨੂੰ ਨੀਂਦ ਹੈ ਨਹੀਂ, ਉਹਦੀ ਕਾਲੀ ਨੂੰ ਜੀਵਨ ਦਾਨ ਮਿਲਿਆ ਹੋਇਆ। ਉਹ ਕਾਲੀ ਨੂੰ ਜੀਵਨ ਦਾਨ ਹੈ, ਜਿਹਨੂੰ ਜਿਹੜੀ ਮਰਦੀ ਸੀ ਸੁਰਤ, ਜਿਹੜੀ ਸੁਰਤ ਮਰਦੀ ਸੀ, ਨੀਂਦ ਆਉਂਦੀ ਸੀ, ਅਮਰ ਹੋ ਗਈ। ਜੀ ਦਾਨ ਕਾਲੀ ਕੋ ਦਿਆ। ਇਹ ਕਹਾਣੀਆਂ ਐਂ ਕਰਕੇ ਉਹਨਾਂ ਦੇ ਅਰਥ ਉਹ ਬਣਾਤੇ ਉਹਨਾਂ ਨੇ ਚੱਕ। ਨਹੀਂ ਦੱਸਣ ਕਦੋਂ ਹੋਈਆਂ ਨੇ, ਕਿੱਥੇ ਹੋਈਆਂ ਨੇ। ਇਹ ਕਹਾਣੀਆਂ ਹੋਈਆਂ ਹੀ ਨਹੀਂ ਕਿਤੇ। ਪੂਤਨਾ ਕਿੱਥੇ ਦੀ ਸੀ, ਕਿਹੜਾ ਸੰਨ ਸੀ, ਕਿਹੜਾ ਯੁੱਗ ਸੀ, ਕਿਤੇ ਕੁਛ ਨਹੀਂ ਲਿਖਿਆ ਹੋਇਆ। ਲਿਖਿਆ ਕੁਛ ਕਿਤੇ, ਕੁਛ ਵੀ ਨਹੀਂ। ਇੱਕ ਸੀ ਰਾਜਾ, ਕਿੱਥੇ ਦਾ ਕੋਈ ਪਤਾ ਨਹੀਂ। ਛੱਡੋ ਪਰੇ, ਕਿੱਥੇ ਦਾ ਕੀ ਲੈਣਾ, ਰਾਜਾ ਸੀ, ਤੁਸੀਂ ਮੰਨ ਲਓ। ਸਾਰਿਆਂ ਨਾਲ ਰਿਲੇਟਡ ਹੈ ਗੱਲ ਇਹ, ਸਾਰਿਆਂ ਨਾਲ ਰਿਲੇਟਡ ਹੈ। ਇਹ ਜਿਹੜੀ ਗੱਲ ਹੈ, ਪਹਿਲੀ ਗੱਲ ਤਾਂ ਪ੍ਰੈਜ਼ੈਂਟ ਟੈਂਸ ਵਿੱਚ ਬਾਣੀ ਕਹਿ ਰਹੀ ਹੈ, ਜੋ ਬੋਲ ਰਹੀ ਹੈ। ਦੂਜੀ ਗੱਲ ਹੈ, ਜੋ ਬੋਲ ਰਿਹਾ ਆਦਮੀ, ਉਹ ਬੋਲ ਰਿਹਾ ਜੋ ਦੇਖ ਰਿਹਾ। ਸੁਣੇ ਸੰਤਨ ਕੀ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਅੱਖੀ। ਹੁਣ ਉਹ ਅੱਖੀ ਦੇਖ ਕੇ ਕਹਿ ਰਹੇ ਨੇ ਨਾਮਦੇਵ ਜੋ ਕੁਛ ਕਹਿ ਰਹੇ ਨੇ, ਤੇ ਫਿਰ ਪੁਰਾਣੀ ਸਾਖੀ ਤਾਂ ਹੈ ਨਹੀਂ, ਤਾਂ ਪ੍ਰੈਜ਼ੈਂਟ ਦੀ ਗੱਲ ਕਰ ਰਹੇ ਨੇ, ਉਸ ਵੇਲੇ ਦੀ। ਉਸ ਵੇਲੇ ਦੀ ਕਾਲੀ ਕੋ ਦੀਆ ਕਹਿ ਰਹੇ ਨੇ, ਉਹਦੇ ਸਾਹਮਣੇ ਦਿੱਤਾ। ਉਹ ਹਾਜ਼ਰ ਹੈ ਜਿੱਥੇ ਦਾਨ ਦਿੱਤਾ ਹੈ। ਨਾਲੇ ਕਲਯੁਗ 'ਚ ਜਨਮ ਇਹਦਾ, ਉਹ ਦੁਆਪਰ ਦੱਸਦੇ ਨੇ, ਹੁਣ ਵੀ ਲਾਗੂ ਕਰ। ਦੀਆ ਹੈ ਸ਼ਬਦ ਵਰਤਿਆ, ਉਹਦੇ ਕੋਲ ਖੜੇ ਤੇ ਦਿੱਤਾ ਹੈ, ਉਹਨੇ ਹਾਜ਼ਰ ਦੇਖ ਰਿਹਾ। ਉਹ ਦੀਆ ਬਾਲ ਕਾਤਨੀ ਕਪਟੇ ਭਰੀ ਸਾਹਮਣੇ ਦੇਖੇ। ਜੋ ਕਹਿ ਰਿਹਾ ਪ੍ਰੈਜ਼ੈਂਟ ਟੈਂਸ ਦੀ ਗੱਲ ਕਰ ਰਿਹਾ। ਭਰੀ ਸੀ, ਇਹ ਸੀ, ਪਾਸਟ ਟੈਂਸ ਦੀ ਤਾਂ ਗੱਲ ਕੀਤੀ ਨਹੀਂ ਉਹਨੇ, ਉਹ ਤਾਂ ਪ੍ਰੈਜ਼ੈਂਟ ਦੀ ਗੱਲ ਕਰ ਰਿਹਾ। ਤੁਸੀਂ ਪਾਸਟ ਵਿੱਚ ਕਿਵੇਂ ਲੈ ਕੇ ਗੱਲ ਨੂੰ ਚੱਕ ਕੇ, ਤੁਸੀਂ ਪਾਸਟ ਵਿੱਚ ਕਿਵੇਂ ਲੈ ਜਾਓਗੇ। ਗੁਰਬਾਣੀ ਦੀ ਸ਼ਰਤ ਹੈ, ਸੋ ਬੋਲਣੇ ਜੋ ਪੇਖੇ। ਉਹ ਗੱਲ ਸੱਚੀ ਹੁੰਦੀ ਹੈ ਜਿਹੜਾ ਮੌਕੇ ਤੇ ਦੇਖੀ, ਅੱਖੀ ਦੇਖੀ ਗਵਾਹੀ ਦੇ ਰਿਹਾ। ਇਹ ਅੱਖੀ ਦੇਖੀ ਗਵਾਹੀ ਹੈ। ਜੇ ਦੇਖੀ ਗਵਾਹੀ ਨਹੀਂ, ਫਿਰ ਇਹ ਝੂਠ ਹੈ। ਇਹ ਬਾਣੀ ਸੱਚੀ ਨਹੀਂ ਹੋ ਸਕਦੀ ਜੇ ਦੇਖ ਕੇ ਨਹੀਂ ਕਹੀ ਹੋਈ ਗੱਲ। ਕੋਈ ਕੋਰਟ ਅੱਖੀ ਦੇਖੀ ਗਵਾਹੀ ਨੂੰ ਮੰਨਦੀ ਹੈ। ਜੇ ਕੋਈ ਕਹੇ ਮੈਂ ਸੁਣੀ, ਉਹ ਕਹਿੰਦਾ ਨਿਕਲ ਬਾਹਰ, ਸ਼ੰਟ ਆਊਟ, ਮੁੱਕ ਜਾ ਇੱਥੋਂ। ਤੈਨੂੰ ਕਿਹਨੇ ਬੁਲਾਇਆ ਸੀ ਗਵਾਹ? ਤੂੰ ਕਹਿ ਸਕਦਾ ਹੈ ਜਦ ਤੱਕ ਦੇਖਿਆ ਹੀ ਨਹੀਂ। ਗਵਾਹੀ ਉਹਦੀ ਹੈ ਜਿਹਨੇ ਅੱਖੀ ਦੇਖਿਆ। ਗੁਰਬਾਣੀ 'ਚ ਕੋਈ ਐਸੀ ਗੱਲ ਨਹੀਂ ਲਿਖੀ ਹੋਈ ਜਿਹੜੀ ਉਹ ਲਿਖਣ ਵਾਲੇ ਨੇ ਦੇਖੀ ਨਾ ਹੋਵੇ, ਬੋਲਣ ਵਾਲੇ ਨੇ ਦੇਖੀ ਨਾ ਹੋਵੇ। ਇਹ ਸ਼ਰਤ ਹੈ, ਲਿਖੀ ਹੋਈ ਹੈ ਵਿੱਚ ਗੁਰਬਾਣੀ ਦੇ। ਉਹਨਾਂ ਲੋਕਾਂ ਨੇ ਸ਼ਰਤਾਂ ਇਗਨੋਰ ਕਰਤੀਆਂ, ਗੁਰਬਾਣੀ ਵਾਲੀਆਂ ਸ਼ਰਤਾਂ ਹੀ ਇਗਨੋਰ ਕਰਕੇ ਅਰਥ ਕੀਤੇ ਨੇ, ਤੇ ਫੜੇ ਗਏ। ਅਗਲਿਆਂ ਨੇ ਤਾਂ ਥੋਂ ਜਿੰਦੇ ਲਾਏ ਹੋਏ ਨੇ ਇਹਦੇ ਬਾਣੀ ਦੇ ਅਰਥ ਕਿਵੇਂ ਕਰਨੇ ਨੇ,
ਉਹ ਗਾਂ ਨਿਆਣੇ ਸੀ ਤੁਹਾਡੇ ਨੂੰ। ਉਹ ਮੂਰਖੰਦ ਘੋਰ ਤਾਂ ਤੁਸੀਂ ਹੋ, ਚੋਰ ਹਰਾਮ ਖੋਰ ਤਾਂ ਤੁਸੀਂ ਹੋ। ਜਿਨ੍ਹਾਂ ਨੇ ਸੰਵਿਧਾਨ ਔਰ ਕਾਨੂੰਨ ਬਣਾਏ ਨੇ, ਚੋਰਾਂ ਦੇ ਰਾਹ ਬੰਦ ਕੀਤੇ ਨੇ ਉਹਨਾਂ ਨੇ, ਬਣਾਉਂਦੇ ਹੀ ਨੇ। ਜਿੱਥੋਂ ਕਮਜ਼ੋਰੀ ਹੁੰਦੀ ਅਸੀਂ ਫੇਰ ਤਰਮੀਮ ਕਰ ਲੈਂਦੇ ਸੰਵਿਧਾਨ 'ਚ। ਇਹ ਪੂਰੀ ਬੁੱਧੀ ਵਾਲਿਆਂ ਦੇ ਕਾਨੂੰਨ ਬਣਾਏ ਨੇ, ਕੋਈ ਰਸਤਾ ਨਹੀਂ ਚੋਰ ਹਰਾਮ ਖੋਰਾਂ ਵਾਸਤੇ ਇਹਨੂੰ ਬਦਲਦਾ। ਪਰ ਜਿਹਨੂੰ ਸਮਝ ਨਹੀਂ ਹੈ, ਬੇਵਕੂਫ ਨੇ, ਉਹਨਾਂ ਨੂੰ ਪਤਾ ਨਹੀਂ। ਮੂਰਖਾਂ ਨੂੰ, ਜਿਹਨੇ ਵਿਚਾਰ ਲੂਗਾ ਉਹਨੂੰ ਪਤਾ, ਸਮਝ ਆ ਜਾਣੀ ਹੈ। ਵਿਚਾਰ ਲਓ, ਥੋੜ੍ਹਾ ਜਿਹਾ ਧਿਆਨ ਨਾਲ ਪੜ੍ਹੀਏ, ਸਭ ਕੁਝ ਲਿਖਿਆ ਹੈ। ਧਿਆਨ ਦਿੱਤਾ ਹੀ ਨਹੀਂ ਕਿਸੇ ਨੇ, ਧਿਆਨ ਦੇਣੇ ਨਹੀਂ ਦਿੱਤਾ। ਬਾਲ ਘਾਤਣੀ ਕਪਟੇ ਭਰੀ ਨੇ ਧਿਆਨ ਨਹੀਂ ਦੇਣ ਦਿੱਤਾ। ਜਿਹੜੀ ਬਾਲ ਘਾਤਣੀ ਸੀ ਨਾ, ਜਿਹਨੇ ਸਾਰਿਆਂ ਦੀ ਬੁੱਧੀ ਦਾ ਘਾਤ ਕਰਨਾ ਸੀ, ਸਾਰਿਆਂ ਨੂੰ ਡੁਬੋ ਕੇ ਮਾਰਨਾ ਸੀ, ਜਿਹੜੀ ਮੱਤ ਨੇ, ਉਹ ਕਿਉਂ ਧਿਆਨ ਦੇਣ ਦਿੰਦੀ ਇੱਧਰ? ਉਹਨੇ ਤਾਂ ਡੁਬੋਣਾ ਤੇ ਉਹਦਾ ਨੁਕਸਾਨ ਕਰਨਾ ਤਾਂ। ਆਉਣ ਵਾਲੀ ਬਾਲ ਘਾਤਣੀ ਹੈ, ਹੋਰ ਕੀ ਹੈ? ਤੇ ਬਾਲ ਘਾਤਣੀ ਹੈ। ਬਾਲ ਬੁੱਧ ਹੈ ਸਾਰਿਆਂ ਕੋਲ, ਬੱਚਿਆਂ ਕੋਲ। ਬਚਪਨ ਤੋਂ ਹੀ ਬਾਲ ਘਾਤ ਕਰ ਦੇਣਾ ਨੇ ਇਹ ਮੱਤ ਨੇ, ਜਿਹੜੀ ਗੁਰਦੁਆਰਿਆਂ 'ਚ ਪੜ੍ਹਾਈ ਜਾਂਦੀ ਹੈ। ਕੋਈ ਬਾਲ ਘਾਤਣੀ ਸੀ ਗੁਰਮਤ ਕਹਿੰਦੀ, ਇਹ ਤਾਂ ਆਪੇ ਬਾਲ ਘਾਤਣੀ ਬਣਾਤੀ ਇਹਨਾਂ ਨੇ ਮੱਤ। ਇਸੇ ਮੱਤ ਨੂੰ, ਜਿਹੜੀ ਮੱਤ ਬਾਲ ਘਾਤਣੀ ਦੇ ਖਿਲਾਫ ਹੈ, ਉਹ ਮੱਤੇ ਬਾਲ ਘਾਤਣੀ ਬਣਾ ਕੇ ਰੱਖਤੀ। ਇਹ ਦੋ ਬੜੇ ਜਾਦੂਗਰ ਹੋਰ ਕੀ ਹੋਣਗੇ? ਉਸੇ ਨੂੰ ਬਣਾਤਾ ਬਾਲ ਘਾਤਣੀ। ਤੇ ਪਾੜਦੇ ਹੀ ਫੜੇ ਗਏ ਚੋਰ, ਪ੍ਰਚਾਰ ਕਰਦੇ ਹੀ ਫੜੇ ਗਏ। ਜਿਹੜੇ ਪ੍ਰਚਾਰ ਕਰ ਰਹੇ ਨੇ, ਉਹ ਸੰਨੀ ਉੱਪਰ ਚੋਰ ਫੜੇ ਗਏ। ਸੰਨ ਲਾਉਂਦਾ ਸੀ ਨਾ, ਜੇ ਸੰਨ ਲਾਉਂਦਾ ਚੋਰ ਫੜਿਆ ਜਾਵੇ, ਫੋਟੋ ਉਹਦੀ ਆ ਜਾਵੇ, ਕੈਮਰਾ ਲੱਗਿਆ ਹੋਵੇ, ਫਿਰ ਗਾਹਾਂ ਜਾ ਕੇ ਜਵਾਬ ਕੀ ਦਊ? ਗਾਹਾਂ ਜਾ ਕੇ ਤਾਂ ਕੋਈ ਜਵਾਬ ਨਹੀਂ। ਪ੍ਰਣਵੇ ਨਾਮਾ ਐਸੋ ਹਰੀ, ਜਾਸ ਜਪਤ ਭੈ ਅਪਦਾ ਟਰੀ। ਪ੍ਰਣਵੇ ਨਾਮਾ ਐਸੋ ਹਰੀ, ਕੱਲਾ ਹਰੀ ਦੀ ਗੱਲ ਕਰ ਰਿਹਾ। ਨਾਮਾ ਨਾਮਾ ਕਹਿੰਦਾ ਬੇਨਤੀ ਇਹ ਹੈ ਮੇਰੀ ਕਿ ਹਰੀ ਐਸਾ ਹੈ, ਐਸਾ ਨਹੀਂ ਜੈਸਾ ਤੁਸੀਂ ਪ੍ਰਚਾਰ ਕਰਦੇ ਹੋ। ਐਸਾ ਨਹੀਂ ਜੈਸਾ ਤੁਹਾਡਾ ਮੰਦਰਾਂ 'ਚ ਬਣਾ ਕੇ ਰੱਖਿਆ ਹੋਇਆ। ਐਸਾ ਨਹੀਂ ਜੈਸਾ ਸਿਮਰਤ ਸ਼ਾਸਤਰਾਂ 'ਚ ਸਾਖੀਆਂ ਨੇ। ਐਸਾ ਹਰੀ ਹੈ ਜੈਸਾ ਮੈਂ ਕਹਿਣਾ। ਜਾਸ ਜਪਤ ਭੈ। ਚੈਲੰਜ ਕਰ ਰਿਹਾ, ਚੈਲੰਜ ਕਰ ਰਿਹਾ, ਚੈਲੰਜ ਹੈ ਸਾਰੀ ਪਿਛਲੀ ਮੱਤ ਨੂੰ ਚੈਲੰਜ ਹੈ। ਐਸੋ ਹਰੀ ਕਹਿ ਕੇ ਚੈਲੰਜ ਕਰ ਰਿਹਾ ਹੈ। ਐਸੋ ਹਰੀ ਬਹੁਤ ਬੜੀ ਗੱਲ ਹੈ ਇਹ। ਵੈਸੋ ਹਰੀ ਨਹੀਂ, ਐਸੋ ਹਰੀ ਹੈ। ਜੋ ਉਹਨੂੰ ਦਿਖ ਰਿਹਾ ਉਹ ਕਹਿ ਰਿਹਾ। ਪ੍ਰਣਵੇ ਨਾਮਾ ਐਸੋ ਹਰੀ। ਕਿਸੇ ਸਿਮਰਤ ਸ਼ਾਸਤਰ ਦੇ ਵਿੱਚ ਦਾਅਵਾ ਕਰਿਆ ਹੋਇਆ ਦਿਖਾਉਣ, ਕਿਤੇ ਦਿਖਾਉਣ ਦਾਅਵਾ ਕੀਤਾ ਹੋਇਆ, ਦਾਅਵਾ ਕਰਦਾ ਉਹ। ਇੰਨੀ ਮਜ਼ਬੂਤੀ ਨਾਲ ਗੱਲ ਕਿਸੇ ਰਿਸ਼ੀ ਮੁਨੀ ਨੇ ਕੀਤੀ ਹੋਵੇ, ਨਹੀਂ ਹੋ ਸਕਦਾ, ਕਿਤੇ ਮਿਲੂਗਾ ਨਹੀਂ ਤੁਹਾਨੂੰ ਇਹ ਗੱਲ। ਪ੍ਰਣਵੇ ਨਾਮਾ ਐਸੋ ਹਰੀ, ਹਰੀ ਐਸਾ ਹੈ, ਆ ਕੁਛ ਕਰਦਾ ਜਿਹੜਾ ਉੱਪਰ ਔਰ ਕਰ ਸਕਦਾ। ਤੁਹਾਡੇ ਵਾਲਾ ਕੀ ਕਰਦਾ? ਤੁਹਾਡੇ ਵਾਲਾ ਤਾਂ ਜਿੰਦੇ ਅੰਦਰ ਹੈ। ਉਹ ਤਾਂ ਤੁਹਾਨੂੰ ਇਹ ਵੀ ਨਹੀਂ ਕਹਿ ਸਕਦਾ ਭਾਈ ਤੁਸੀਂ ਥੋੜ੍ਹੀ ਬਹੁਤੀ ਤਾਂ ਕੋਈ ਸ਼ਰਮ ਲਿਹਾਜ਼ ਕਰੋ। ਉਹ ਤਾਂ ਇਹ ਵੀ ਨਹੀਂ ਕਹਿ ਸਕਦਾ। ਪ੍ਰਣਵੇ ਨਾਮਾ ਐਸੋ ਹਰੀ, ਜਾਸ ਜਪਤ ਭੈ ਅਪਦਾ ਟਰੀ। ਜਾਸ ਜਪਤ, ਜਿਹਦੇ ਜਪਣ ਨਾਲ ਭੈ ਅਪਦਾ, ਭੈ ਰੂਪੀ ਅਪਦਾ ਮੇਰੀ ਜਿਹੜੀ ਸੀਗੀ ਟਰੀ ਖਤਮ ਹੋ ਗਈ। ਆਪਣੀ ਕਰ ਰਿਹਾ, ਟਰੀ ਆਪਣੀ। ਆਪਦਾ ਵਿਪਤਾ, ਭੈ ਤੋਂ ਬੜੀ ਵਿਪਤਾ ਕੀ ਹੈ? ਜਿਹਦੇ ਜਪਣ ਨਾਲ ਮੇਰੀ ਭੈ ਔਰ ਵਿਪਤਾ ਸੀ, ਜਿਹੜੀ ਡਰ ਲੱਗਦਾ ਸੀ ਵੀ ਮਰਨ ਵੇਲੇ ਕੀ ਹੋਊਗਾ, ਗਾਹਾਂ ਕੀ ਹੋਊਗਾ, ਉਹ ਖਤਮ ਹੋ ਗਈ। ਜਾਸ ਜਪਤ ਭੈ ਆਪਦਾ ਤਰੀ, ਟਰੀ, ਜਿਹਦੇ ਜਪਣ ਨਾਲ ਮੇਰੀ ਭੈ ਦੂਰ ਹੋ ਗਈ, ਵਿਪਤਾ ਦੂਰ ਹੋ ਗਈ। ਤੇ ਕਿਸੇ ਦੀ ਹੋਈ ਹੋਰ, ਜੇ ਹੋਈ ਤਾਂ ਦੱਸੋ। ਮੇਰੀ ਹੋ ਗਈ, ਤੁਸੀਂ ਜਿਹਦੀ ਹੋ ਗਈ, ਬਾਂਹ ਕੱਢ ਕੇ ਖੜੀ ਕਰਕੇ ਆਓ ਮੈਦਾਨ 'ਚ। ਕੋਈ ਨਹੀਂ ਬੋਲਿਆ ਅੱਜ ਤੱਕ, ਪ੍ਰਚਾਰ ਉਹੀ ਹੈ।
ਪ੍ਰਚਾਰ ਜੋ ਪਿਛਲਾ ਸੀ ਉਹੀ ਹੈ। ਨਾਮਾ ਕੌਣ ਹੈ? ਮਹਾਨ ਭਗਤ ਹੈ। ਔਰ ਨਾਮੇ ਨੇ ਦੇਰਾ ਵੀ ਫੇਰ ਤੱਕ ਕਮਾਤਾ। ਦੇਰਾ ਤਾਂ ਐਂ ਕਮਾਇਆ, ਆ ਕਮਾਤਾ ਦੇਰਾ, ਆ ਕਮਾਇਆ ਹੋਇਆ, ਐਂ ਕਮਾਇਆ ਸੀ ਨਾਮੇ ਨੇ, ਉੱਕੜ ਨਹੀਂ ਸੀ ਕਮਾਇਆ। ਕਮਾਤਾ ਨਾ ਹਰੀ ਦਾ ਦੇਰਾ ਸਾਰਾ ਹੀ ਕਮਾ ਕੇ ਰੱਖਦਾ, ਸਾਰੇ ਸਾਰੀ ਵਿਚਾਰਤਾ ਨੇ ਕਮਾ ਕੇ ਰੱਖਤੀ। ਆ ਕਮਾਇਆ ਸੀ, ਉਹ ਕਮਾਇਆ ਕਰਤਾ। ਕਮਾਇਆ ਦਾ ਆਹ ਕਮਾਇਆ ਹੋਇਆ, ਦੱਸੋ ਜੇ ਨਹੀਂ ਕਮਾਇਆ ਹੋਇਆ। ਉਹ ਵਿਚਾਰਧਾਰਾ ਹੀ ਕਮਾਤੀ ਤੁਹਾਡੀ ਸਾਰੀ। ਉਹ ਬਿਲਡਿੰਗਾਂ ਨੂੰ ਪੁੱਛਦੇ, ਬਿਲਡਿੰਗ ਘੁਮਾਤੀ ਉਹ ਕਹਿੰਦੇ ਬਿਲਡਿੰਗ ਘੁਮਾਤੀ। ਗੋਂਡ ਉਹ ਤਾਂ ਨਾਮਾ ਤਾਂ ਕਹਿ ਰਿਹਾ ਕੋਈ ਪੂਜੇ, ਹਿੰਦੂ ਪੂਜੇ ਦਿਉਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ, ਨਾ ਦਿਉਰਾ ਨਾ ਮਸੀਤ। ਉਹ ਤਾਂ ਦਿਉਰਾ ਮਸੀਤ ਦੇ ਨੇੜੇ ਵੀ ਨਹੀਂ ਜਾਂਦਾ। ਉਹ ਕਹਿੰਦੇ ਘੁਮਾਉਂਦਾ। ਦਿਉਰੇ ਨੂੰ ਘੁਮਾ ਕੇ ਦੇਰੇ ਨੂੰ ਘੁੰਮਣ ਦੀ ਕੀ ਲੋੜ ਪਈ ਸੀ? ਕਿਹਨੇ ਘੁਮਾਇਆ? ਇਹ ਘੁਮਾਇਆ ਠੱਗਾਂ ਨੇ, ਜਿਨ੍ਹਾਂ ਨੂੰ ਵਿਪਤਾ ਪਾਤੀ ਨਾਮੇ ਨੇ। ਆਹ ਸ਼ਬਦ ਲਿਖ ਕੇ ਉਹਨਾਂ ਕਿਹਾ ਬਚੀਏ ਕਿਵੇਂ ਹੁਣ ਨਾਮੇ ਤੋਂ? ਬਚਣ ਦੇ ਉਪਰਾਲੇ ਨੇ ਉਹ ਸਾਖੀਆਂ। ਆ ਜਿਹੜੀ ਗਿਆਨ ਕੀ ਆਉਂਦੀ ਆ ਨਾ, ਇਹ ਤੋਂ ਬਚਣ ਦੀਆਂ ਹੀ ਗੱਲਾਂ ਨੇ, ਉਪਰਾਲੇ ਬਣਾਏ ਨੇ। ਫਿਰ ਉਹ ਸਿਰ ਜੋੜ ਕੇ ਬੈਠੇ, ਫਿਰ ਉਹਨਾਂ ਨੇ ਸਾਖੀਆਂ ਘੜੀਆਂ, ਝੂਠ ਬੋਲੇ, ਦਿਉਰੇ ਕਮਾਏ, ਨਾਮੇ ਦੀ ਬੜੀ ਉਹ ਕੀਤੀ ਜੈ ਜੈਕਾਰ, ਤਾਂ ਕਿ ਨਾਮੇ ਵਾਲੇ ਜਿਹੜੇ ਭਗਤ ਨੇ ਕਹਿਣ ਵੀ ਇਹ ਤਾਂ ਖੁਦ ਨਾਮੇ ਨੂੰ ਯਾਰ ਇੰਨਾ ਬੜਾ ਮੰਨਦੇ ਨੇ, ਇਹ ਜੋ ਕਹਿੰਦੇ ਨੇ ਠੀਕ ਹੈ ਕਹਿੰਦੇ ਨੇ। ਨਾਮੇ ਦੀ ਖੁਦ ਜੈ ਜੈਕਾਰ ਕਰਕੇ ਨਾਮੇ ਦੀ ਵਿਚਾਰਧਾਰਾ ਨੂੰ ਹੋਰ ਰੰਗ ਦੇ ਦਿੱਤਾ। ਆਪ ਚੌਧਰੀ ਬਣ ਗਏ ਨਾ ਰੰਗ ਦੇਣ ਨੂੰ। ਐਸੇ ਸ਼ਾਤਰ ਨੇ ਇਹ ਲੋਕ। ਤਾਂ ਗੁਰੂ ਨਾਨਕ ਨੇ ਕਿਹਾ ਚੋਰ ਹਰਾਮ ਖੋਰ। ਔਰ ਜਿਨ੍ਹਾਂ ਦੇ ਸਾਹਮਣੇ ਬਦਲਤਾ ਉਹ ਕੌਣ ਸੀ? ਉਹ ਸੀ ਮੂਰਖਾਂ ਤੇ ਘੋਰ। ਨਾਮਦੇਵ ਦੇ ਜਿਹੜੇ ਪੁਜਾਰੀ ਸੀ, ਕਬੀਰ ਦੇ ਪੁਜਾਰੀ ਸੀ, ਅਸਲ 'ਚ ਮੂਰਖਾਂ ਤੇ ਘੋਰ ਹੀ ਰਹਿ ਗਏ ਉਹ। ਨਹੀਂ ਤਾਂ ਚੋਰ ਹਰਾਮ ਖੋਰਾਂ ਦੀ ਗੱਲ ਨਹੀਂ ਸੀ ਚੱਲ ਸਕਦੀ। ਆਪਣਾ ਪ੍ਰਚਾਰ ਕਰੇ ਨਹੀਂ ਸਕੇ, ਆਪਣਾ ਸਮਝੇ ਨਹੀਂ ਸਕੇ। ਨਾ ਕੋਈ ਕਬੀਰ ਨੂੰ ਸਮਝ ਸਕਿਆ, ਨਾ ਕੋਈ ਨਾਮਦੇਵ ਨੂੰ ਸਮਝ ਸਕਿਆ। ਉਹਨਾਂ ਦੇ ਛੱਡਤੀ, ਜਿਨ੍ਹਾਂ ਦੇ ਖਿਲਾਫ ਹੈ ਉਹਨਾਂ ਤੇ ਹੀ ਛੱਡਤਾ ਪ੍ਰਚਾਰ ਵੀ ਤੁਸੀਂ ਉਹ ਕਰੋ ਪ੍ਰਚਾਰ। ਉਹ ਤਾਂ ਫਿਰ ਇਹੋ ਜਿਹਾ ਹੀ ਕਰਦੇ ਜਿਹੋ ਜਿਹਾ ਉਹਨਾਂ ਨੇ ਕੀਤਾ।